हाँ जी। अष्टपदी संत जना मिल करो विचार एक सिमर नाम आधार। संत जना मिल करो विचार। कहते जे तुसी आप नहीं विचार कर सकते, ਜਿਹੜੇ आम पब्लिक ਦੇ लोग ने, संत जना ਨਾਲ मिल के विचार कर लो, विचारवान ਹੁੰਦੇ ਨੇ। ਜਿਹੜੇ संत जन ने ना ਜਾਣ ਸੰਤਾਂ ਜਿਹੜੇ ਗਿਆਨਵਾਨ ਨੇ ਉਹਨਾਂ ਨਾਲ ਮਿਲ ਕੇ ਵਿਚਾਰ ਕਰਿਓ। ਅਗਿਆਨੀ ਸੰਤਾਂ ਨਾਲ ਨਾ ਬਹਿ ਜਿਓ। ਅਗਿਆਨੀ ਦਾ ਬਾਣਾ ਹੀ ਬਦਲਣਗੇ। ਪਹਿਲਾਂ ਵੀ ਸੰਤ ਬਣ ਜਾ ਮਗਰ ਪੈ ਰਹਿਣਗੇ, ਜਾਂ ਕੱਪੜੇ ਪਾ ਦੇ ਕਹਿੰਦੇ ਹੁਣ ਠੀਕ ਬਣ ਗਿਆ ਸੰਤ। ਯਾਰ ਕੱਪੜੇ ਬਦਲ ਲੈ, ਡਰੈਸ ਬਦਲ ਲਈ, ਸੰਤ ਬਣ ਗਿਆ। ਵਿਚਾਰ ਵਾਲੀ ਕੋਈ ਗੱਲ ਨਹੀਂ ਉੱਥੇ। एक सिमर नाम आधार। एक सिमर नाम आधार। सिमरना की है एक एकता, अपना सरगुण स्वरूप, पूर्ण ब्रह्म का स्वरूप, जो एक काला स्वरूप है अपना, उत्थे टारगेट वो है एक होने में, तंदुरुस्त होने में। एक सिमर नाम आधार। वो एक ही है नाम। एक नाम सिमर, एक नाम सिमर ਜਿਹੜਾ ਕਿ ਆਧਾਰ ਹੈ ਸਾਰੀ ਸ੍ਰਿਸ਼ਟੀ ਦਾ, ਜਿਹਦੇ ਆਸਰੇ ਹੀ ਸਭ ਕੁਝ ਚੱਲਦਾ ਹੈ, ਜਿਹਦੇ ਆਸਰੇ ਹੀ ਸਭ ਕੁਝ ਖੜਾ ਹੈ। ਨਾਮ ਦੇ ਹੁਣ ਇੱਥੇ ਨਾਮ ਲੈ ਕੇ ਬਾੜਿਆ, ਮੂਲ ਬ੍ਰਹਮ ਨਹੀਂ ਆਇਆ। नाम के तारे सगले जंग नाम के तारे नाम आया हूं। अब गल उपर चली गई ना मेरे को। हरि तो उपर तो फिर नाम है, हरि तो उपर तो नाम है ना। नानक ए तन सार जद कहता हर हर नाम कमावना, उपदेश हर नाम जी ने कमावन लिया। ਉਹਨੂੰ ਕੀ ਉਪਦੇਸ਼ ਦਵਾਂਗੇ ਜਿਹਨੇ ਹਰ ਨਾਮ ਦੀ ਕਮਾਈ ਕਰਨੀ। ਹਰ ਨਾਮ ਦੱਸਾਂਗੇ ਕੀ ਹੈ, ਹਰ ਨਾਮ 'ਚ ਕੀ ਸ਼ਕਤੀ ਹੈ। ਹਰ ਨਾਮ ਦੀ ਕਮਾਈ ਕਰਨੀ ਹੈ ਨਾ। ਹਰ ਨਾਮ ਦੀ ਕਮਾਈ ਕੀ ਹੈ? ਨਾਮ ਦੀ ਕਮਾਈ ਸਿੱਧੀ ਨਾਮ ਤੋਂ ਹੀ ਆਊਗੀ। ਨਾਨਕੇ ਤਨ ਸਾਰ ਤਨ ਹੈ। ਹਾਂਜੀ। संत जना मिल करो विचार एक सिमर नाम आधार। सिमरन काहदा करना है? हुक्म दा करना है। हुण सब कुछ किने बनाया, किवें बनिया ये नाम दा सिमरन है। हुण सानू नाम दा चेता करो भी नाम ने ये फिर तां कोई ऐसी चीज तो है हो जी ने सृष्टि बनाई है। कंट्रोल कीदा? वो ज्ञान जी ने सब कुछ बनाया, वो नाम है उहदा। ਉਹਨੂੰ ਨਾਮ ਕਹਿੰਦੇ ਆ। ਨਾਮ ਇੱਕ ਗਿਆਨ ਨੂੰ ਕਹਿੰਦੇ ਨੇ, ਜਿਹਦੇ ਤਿੰਨ ਲੋਕ ਦਾ ਗਿਆਨ ਪਲੱਸ ਆਤਮ ਗਿਆਨ ਜਿਹੜਾ ਹੈਗਾ ਉਹਨੂੰ ਨਾਮ ਕਹਿੰਦੇ। ਜੜ ਔਰ ਚੇਤਨ ਦਾ ਸਮੁੱਚਾ ਗਿਆਨ ਹੈ ਉਹਨੂੰ ਨਾਮ ਕਹਿੰਦੇ। ਗਿਆਨ ਸਾਡੇ ਕੋਲ ਅੱਡ ਅੱਡ ਵਿਸ਼ਿਆਂ ਦੇ ਨੇ, ਛੋਟੇ ਛੋਟੇ ਅੱਡ ਅੱਡ ਵਿਸ਼ਿਆਂ ਦੇ ਗਿਆਨ ਨੇ, ਛੋਟੇ ਛੋਟੇ ਅਲੱਗ ਅਲੱਗ ਬਹੁਤ ਵਿਸ਼ੇ ਨੇ ਗਿਆਨ। पर ਜਿਹੜਾ ਤਿੰਨ ਲੋਕ ਦਾ ਪਲੱਸ ਚੇਤਨ ਔਰ ਜੜ ਦਾ ਗਿਆਨ ਹੈ, ਤਿੰਨ ਲੋਕ ਦਾ ਇਕੱਠਾ ਸਮੁੱਚਾ ਜੀ ਸਾਰੇ ਹੀ ਗਿਆਨ ਆ ਗਏ, ਉਹਦਾ ਨਾਮ ਹੈ। ਸਾਰੇ ਗਿਆਨ ਉਹਦੇ ਵਿੱਚੋਂ ਹੀ ਪੈਦਾ ਹੋਏ ਨੇ, ਸਾਰੀਆਂ ਮੱਤਾਂ ਉਹਦੇ ਵਿੱਚੋਂ ਨਿਕਲਣੇ। ਦਸਮ ਪਾਤਸ਼ਾਹ ਜਿਹੜੇ ਆ, ਤੂੰ ਹੀ ਨੈਣਾ ਦੇਵੀ, ਤੂੰ ਹੀ ਸ੍ਰੀ ਭਗਵਾਨੀ, ਤੂੰ ਹੀ ਉਹ ਹੈ, ਤੂੰ ਹੀ ਫਲਾਨੀ ਮੱਤ ਹੈ, ਤੂੰ ਹੀ ਸਾਰੀਆਂ ਮੱਤਾਂ ਨਿਕਲੀਆਂ ਉੱਥੇ। तमाम दुनिया ਦੀਆਂ ਬੁੱਧੀਆਂ ਦੀ ਗੱਲ ਕਰਤੀ। ਉਹ ਰਾਹ ਦੀਆਂ ਮੱਤਾਂ ਨੇ, ਸਿਰੇ ਤੇ ਜਾ ਕੇ ਜ਼ਿਆਦਾ, ਸਿਰੇ ਤੇ ਜਾ ਕੇ ਸਾਰਿਆਂ ਨੂੰ ਗੁਰਮਤਿ ਹੈ। ਸਿਰੇ ਤੇ ਜਾ ਕੇ ਵਿਵੇਕ ਬੁੱਧੀ ਹੈ, ਫਿਰ ਇੱਕ ਹੋ ਜਾਂਦੀ ਹੈ। ਜਿੱਥੇ ਸਾਰੀਆਂ ਮੱਤਾਂ ਜਾ ਕੇ ਇੱਕ ਹੋ ਜਾਣ, ਜਿਹੜੇ ਬਿਬ ਹੁੰਦੇ ਨੇ, ਬਿਬ ਵਿਚਾਰ ਡਿਫਰੈਂਸਿਸ ਹੁੰਦੇ ਨੇ, ਜਿੱਥੇ ਆ ਕੇ ਖਤਮ ਹੁੰਦੇ ਨੇ ਉਹਨੂੰ ਵਿਵੇਕ ਕਹਿੰਦੇ ਨੇ। ਜਿੱਥੇ ਮੱਤਾਂ ਦੇ ਡਿਫਰੈਂਸਿਸ ਸਾਰੇ ਖਤਮ ਹੋ ਜਾਣ, ਆ ਕੇ ਉਹ ਆ ਕੇ ਸੱਚ ਤੇ ਖਤਮ ਹੋਣੇ, ਉੱਥੇ ਵਿਵੇਕ ਹੈ। ਫਿਰ ਉੱਥੇ ਕੋਈ ਮਤਭੇਦ ਨਹੀਂ। ਜਿੱਥੇ ਮਤਭੇਦ ਨਹੀਂ, ਇੱਕ ਹੈ, ਉਹ ਵਿਵੇਕ ਹੈ। ਜਿੱਥੇ ਮਤਭੇਦ ਸਮਾਪਤ ਹੋ ਗਏ,
ਵਿਭ ਵਿਚਾਰ ਖਤਮ ਹੋ ਗਈ। ਡਿਫਰੈਂਸ ਵਿਭ ਵਿਚਾਰ ਹੁੰਦਾ ਮਤਭੇਦ, ਮਤਭੇਦ ਖਤਮ ਹੋ ਗਏ, ਰਹਿ ਗਿਆ ਉਹ ਵਿਵੇਕ। ਵਿਵੇਕ ਮਨ ਵੀ ਪੂਰਨ ਲੱਗਿਆ ਹੈ, ਪੂਰਨ ਵਿਵੇਕ। ਹਾਂਜੀ। ਅਵਰ ਅਪਾਪ ਸਭ ਵੇਦ ਵਿਸਾਰੋ, ਚਰਨ ਕਮਲ ਰਿਦ ਮੈਂ ਔਰ ਧਾਰੋ। ਕਿਉਂਕਿ ਵਿਵੇਕ ਨਾਲ ਜੇ ਇਕੱਲਾ ਆਤਮ ਗਿਆਨ ਲਾਈਏ, ਸਾਇੰਸ ਦੀ ਵੀ ਗੱਲ ਆਉਂਦੀ ਹੈ ਵਿੱਚ। ਉਹ ਠੀਕ ਹੈ, ਜਨ ਚੇਤਨ ਦਾ ਉੱਚਾ ਗਿਆਨ ਜਿਹੜਾ ਹੈਗਾ ਉਹ ਆ ਨਾਮ। ਉਹ ਨਾਮ ਚੇਤਨ ਜੜ ਦਾ ਇਕੱਠਾ ਹੈ, ਉਹ ਇਕੱਠਾ। ਹਾਂਜੀ। ਅਵਰ ਉਪਾਪ ਸਭ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਔਰ ਧਾਰੋ। ਅਵਰ ਉਪਾਵ ਸਭ ਮੀਤ ਵਿਸਾਰੋ, ਜਿਹੜੇ ਹੋਰ ਉਪਾਅ ਕਰ ਰਹੇ ਹੋ ਤੁਸੀਂ, ਜੇ ਨਾਲੇ ਨਹੀਂ ਜਾਣੇ, ਸਾਥ ਨੇ ਚੱਲੇ ਬਿਨ ਭਜਨ ਸਿੱਖਿਆ ਸਕਲੀ। ਹਰ ਹਰ ਨਾਮ 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 ਕੀ ਧਨਸਾਰ, ਕਮਾਵਣਾ ਨਾਨਕੇ ਧਨਸਾਰ। ਹਰ ਨਾਮ ਦੀ ਕਮਾਈ ਤੋਂ ਬਿਨਾਂ, ਸਾਰਤਾ ਦੀ ਕਮਾਈ ਤੋਂ ਬਿਨਾਂ ਜਿਹੜੇ ਹੋਰ ਉਪਾਅ ਨੇ ਸਾਰੇ ਚੱਲਦੇ। ਅਵਰ ਉਪਾਵ ਸਭ ਮੀਤ ਵਿਸਾਰ। ਉਪਾਅ ਨੇ ਨਾ, ਨਾਮ ਦੇ ਖਿਲਾਫ ਨੇ ਉਪਾਅ ਹੈ। ਜਿੰਨੇ ਉਪਾਅ ਨੇ ਨਾਮ ਦੀ ਬਰਖਲਾਫੀ ਕਰਦੇ ਨੇ, ਉਹ ਕਹਿੰਦੇ ਨੇ ਜੀ ਤੇਰੇ ਗ੍ਰਹਿ ਮਾੜੇ ਨੇ, ਉਪਾਅ ਦੱਸੋ। ਲੈ, ਨਾਮ ਦੇ ਖਿਲਾਫ ਨੇ, ਹੁਕਮ ਦੇ ਖਿਲਾਫ ਨੇ। ਕਹਿੰਦੇ ਤਾਂ ਉਹ ਕਹਿੰਦਾ ਤਾਂ ਫਲਾਣੇ ਦਿਨ ਨੂੰ ਤੇਰਾ ਨੁਕਸਾਨ ਹੋ ਜਾਣਾ, ਉਪਾਅ ਦੱਸੋ। ਹੁਕਮ ਦੇ ਖਿਲਾਫ, ਹੁਕਮ ਦੇ ਖਿਲਾਫ ਤੇਰਾ ਨੁਕਸਾਨ ਹੋ ਜਾਣਾ, ਉਹਦਾ ਉਪਾਅ ਦੱਸੋ। ਆਹ ਉਪਾਅ ਕਰ ਲੈ, ਬਚਾਅ ਕਰ ਲੈ। ਇਹੀ ਤਾਂ ਹਿੰਦੂ ਮਤ ਹੈ। ਬਾਗੀ ਕਰਦਾ ਹਿੰਦੂ ਮਤ, ਪਰਮੇਸ਼ਰ ਦੇ ਖਿਲਾਫ ਬਗਾਵਤ ਪੈਦਾ, ਸਾਰੀ ਬਗਾਵਤ ਖੜੇ ਕਰਦਾ, ਸੰਸਾਰ ਨੂੰ ਪਰਮੇਸ਼ਰ ਦੇ ਖਿਲਾਫ ਖੜਾ ਕਰਦਾ। ਸਾਰੀ ਉਲਟਾ, ਹੁਕਮ ਤੋਂ ਸਾਰਾ ਉਲਟਾ। ਅਵਰ ਉਪਾਪ ਸਭ ਮੀਤ ਵਿਸਾਰੋ, ਅਵਰ ਉਪਾਪ ਇਹ ਮੀਤ ਸਾਰੇ ਉਪਾਪ ਵਿਸਾਰ ਦੋ। ਉਹ ਨੁਕਸਾਨ ਚ ਨੇ ਤੁਹਾਡੇ, ਉਹ ਤੁਹਾਡਾ ਧੜਾ ਦੂਆ ਬਣਾਉਂਦੇ ਨੇ, ਵਿਰੋਧ ਹੈ ਸੱਚਖੰਡ ਦਾ। ਇਹ ਪਾਪ ਦੀ ਰੇਂਜ ਵਿੱਚ ਕਿਹੜੀ ਗੱਲ? ਧਰਮ ਦੇ ਵਿੱਚ ਹੋਰ ਪਾਪ ਨੇ, ਧਰਮ ਦੇ ਉਪਾਅ ਨੇ ਸਾਰੇ। ਹੋਰ ਕਾਹਦੇ ਨੇ ਯਾਰ? ਜਦ ਤੁਸੀਂ ਪੁੰਨ ਕਰਦੇ ਹੋ, ਇਹ ਭਾਈ ਉਪਾਅ ਨਹੀਂ ਇਹ ਕੀ ਹੈ? ਕਰਦੇ ਹੋ ਪੁੰਨ, ਹੋ ਗਿਆ ਪਾਪ। ਉਪਾਅ ਕਰਨੇ, ਮੈਂ ਕੁਝ ਕਰਤਾ ਤਾਂ ਆ ਗਿਆ ਨਾਲ ਕਾਰ ਦੇ ਵਿੱਚ ਕਰਦਾ, ਹਉਮੈ ਦੇ ਵਿੱਚ ਕੀਤਾ ਹੋਇਆ ਜੋ ਵੀ ਕੁਛ ਹੈ ਉਹ ਉਪਾਅ ਹੈ। ਜੋ ਧਰਮ ਕਰਮ ਨੇ, ਕਰਮ ਧਰਮ ਪਾਖੰਡ, ਇਹੀ ਉਪਾਅ ਨੇ। ਤਿੰਨ ਜਮ ਜਾ ਗਾਤੀ ਲੁੱਟਾ। ਉਹ ਜਿਹੜਾ ਸਾਰਧਨ ਹੋਊ ਉਹਨੂੰ ਨਹੀਂ ਕੋਈ ਲੁੱਟਦਾ। ਜਿਹੜਾ ਸਾਰਧਨ ਸੀ ਉਹਨੂੰ ਕੋਈ ਨਹੀਂ, ਉਹ ਤਾਂ ਤਸਕਰ ਨਾਲ ਲੈਵਾ। ਇਹ ਜਿਹੜਾ ਬਾਹਰਲਾ ਤਾਂ ਇਹ ਹੈ ਉਪਾਅ ਨੇ, ਇਹ ਵਿਸਾਰ ਦੋ। ਇਹ ਵਿਰੋਧ ਕਰਦੇ ਨੇ, ਜਾਵੇਂ ਲੁੱਟ ਲੈਣਾ। ਉਹ ਕਹਿੰਦਾ ਕਰ ਲੈ ਬਾਬ, ਆ ਜਾ, ਬੜੇ ਬਾਬ ਕੀਤੇ ਨੇ ਤਾਂ ਆ ਜਾ। ਤੂੰ ਡਾਕੇ ਮਾਰਦਾ ਰਿਹਾ, ਗੈਰ ਕਾਨੂੰਨੀ ਕੰਮ ਕਰਦਾ ਰਿਹਾ, ਔਰ ਬੜੇ ਉਪਾਅ ਕਰਦਾ ਰਿਹਾ, ਮੈਂ ਫਸ ਨਾ ਜਾਵਾਂ। ਬੜੀਆਂ ਸਿਫਾਰਸ਼ਾਂ ਵੀ ਲਵਾਈਆਂ ਨੇ ਤਾਂ ਫੜ ਤੇ। ਹੁਣ ਜਦ ਫਸ ਜਾਂਦਾ ਫਿਰ ਆਪਣੇ ਗਾਂ ਪੁੱਛ ਲੈਂਦੇ ਨੇ, ਉਪਾਅ ਕਰਦੇ ਨੇ। ਅਵਰ ਉਪਾਅ ਸਭ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ। ਲਫ਼ਜ਼ ਮੀਤ ਵਰਤਿਆ, ਮੀਤ ਸਿੱਖੋ ਨਹੀਂ ਗਿਆ, ਚੇਲੇ ਨਹੀਂ ਗਿਆ। ਉੱਥੋਂ ਪ੍ਰੇਮਾ ਭਗਤੀ ਸ਼ੁਰੂ ਹੋਈ ਹੈ। ਸਭ ਕੋ ਮੀਤ, ਹਾਂ ਮੀਤ ਵਿਸਾਰੋ। ਪ੍ਰੇਮਾ ਮੀਤ ਕਿਵੇਂ ਵਿਸਰ ਜਾਂਦੇ ਇੱਥੇ? ਸਿੱਖਾਂ ਨੂੰ ਉਪਦੇਸ਼ ਹੁੰਦਾ, ਸਾਰੀ ਦੁਨੀਆ ਨੂੰ ਉਪਦੇਸ਼ ਹੈ, ਮੀਤ ਹੈ। ਇਹਦਾ ਮਤਲਬ ਭਗਤੀ ਸਾਰੀ ਵਰਲਡ ਵਾਸਤੇ ਹੈ, ਇਹ ਸਿੱਖਾਂ ਵਾਸਤੇ ਨਹੀਂ ਹੈਗੀ। ਮੀਤ ਲਫ਼ਜ਼ ਹੈ, ਮੀਤ ਸਿੱਖ ਮੈਂ ਕਹਿੰਦੇ ਅਸੀਂ ਮੀਤ ਦਾ ਸਿੱਖ ਦਾ ਦੁਸ਼ਮਣ ਨੇ ਗੁਰਬਾਣੀ ਦੇ। ਤੁਸੀਂ ਤਾਂ ਗੁਰਬਾਣੀ ਦੇ ਖਿਲਾਫ ਖੜੇ ਹੋ। ਤੁਸੀਂ ਕਹਿੰਦੇ ਮੀਤ ਸਾਨੂੰ ਕਿਹਾ, ਤੁਹਾਨੂੰ ਕੋਈ ਨਹੀਂ ਮੀਤ ਕਿਹਾ। ਮੀਤ ਉਹਨੂੰ ਕਹਿ ਜਿਹੜਾ ਪਾਪ ਨਹੀਂ ਕਰਦਾ, ਮੀਤ ਉਹਨੂੰ ਕਹਿ ਜਿਹੜਾ ਗੱਲ ਮੰਨ ਲੂਗਾ, ਉਹ ਮੀਤ ਹੈ। ਉਹ ਜਿਹੜਾ ਮੰਨ ਲੂਗਾ ਮੀਤ ਹੈ, ਜਿਹੜਾ ਨਹੀਂ ਮੰਨੂਗਾ ਉਹ ਖਿਲਾਫ ਹੈ।
ਜਿਹੜਾ ਇਹ ਗੱਲ ਮੰਨ ਲੂਗਾ ਅਸੀਂ ਕਹਾਂ ਭਾਈ ਮਿੱਤਰੋ ਆਹ ਗੱਲ ਵਿਸਾਰ ਦਿਓ, ਜਿਹੜੇ ਛੱਡ ਦੇਣਗੇ ਉਹੀ ਮਿੱਤਰ ਹੋਏ। ਫਿਰ ਉਹਦਾ ਮਿੱਤਰ ਕਹਿ ਰਿਹਾ ਤੁਹਾਨੂੰ, ਤੁਸੀਂ ਗੱਲ ਮੰਨਦੇ ਨਹੀਂ, ਇਹਦਾ ਮਤਲਬ ਮਿੱਤਰ ਨਹੀਂ ਹੈਗੇ ਤੁਸੀਂ। ਫਿਰ ਅੰਦਰੋਂ ਉਹ ਕਹਿੰਦਾ ਵੀ ਇਹਦੇ ਮਿੱਤਰ ਮੰਨ ਲੈਣ, ਅਸੀਂ ਤਾਂ ਮੰਨਣਾ ਨਹੀਂ। ਤੁਹਾਡਾ ਤੜਾ ਦੂਆ ਹੋ ਗਿਆ, ਜਿਹੜੇ ਇਹਨਾਂ ਦਾ ਤੜਾ ਦੂਆ ਹੋ ਗਿਆ। ਜੋ ਗੁਰੂ ਘਰ ਨੇ ਕਹੀ ਗੱਲ ਵੀੜਿਆਂ ਨੇ ਮੰਨੀ, ਨਹੀਂ ਮੰਨੀ ਤੇ ਬੀਤ ਕਿਵੇਂ ਹੋ ਗਿਆ? ਰਾਮ ਰਹੀਆਂ ਨੇ ਧੀਰ ਮੰਨੀ, ਹੋਰ ਜਿਹੜੇ ਉਹਨਾਂ ਨੇ ਮੰਨੀ। ਜਿਹੜੇ ਨਹੀਂ ਮੰਨਦੇ ਉਹ ਮਿੱਤਰ ਨਹੀਂ ਹੈ। ਆਪਣਾ ਨੁਕਸਾਨ ਕਰਨਗੇ, ਸਾਡਾ ਕੀ ਕਰਨਗੇ? ਨੁਕਸਾਨ ਤਾਂ ਆਪਣਾ ਹੀ ਕਰਨਗੇ। ਆਪਣੇ ਨੁਕਸਾਨ ਉਹਨਾਂ ਦੇ ਨੁਕਸਾਨ। ਉਹਨਾਂ ਨੂੰ ਇਹ ਹੈ ਵੀ ਇਹਨਾਂ ਦਾ ਦੁਨੀਆ ਦੇ ਵਿੱਚ ਜੈ ਜੈਕਾਰ ਨਾ ਹੋ ਜਾਵੇ। ਉਹ ਉਹਨਾਂ ਨੇ ਜੈ ਕਰਕੇ ਆਪਣੀ ਦਾ ਕੀ ਲੈਣਾ? ਪਰਮੇਸ਼ਰ ਦੀ ਜੈਕਾਰ ਦੀ ਗੱਲ ਹੈ ਇੱਥੇ ਬੰਦਿਆਂ ਦੀ। ਉਹ ਅਸਲ 'ਚ ਪਰਮੇਸ਼ਰ ਦੇ ਮੁਕਾਬਲੇ 'ਚ ਆਪਣੀ ਜੈਕਾਰ ਚਾਹੁੰਦੇ ਨੇ ਲੋਕ। ਜਦ ਬੰਦਾ ਆਪਣੀ ਜੈਕਾਰ ਚਾਹੁੰਦਾ ਨਾ ਪਰਮੇਸ਼ਰ ਦੇ ਮੁਕਾਬਲੇ 'ਚ, ਫਿਰ ਉਹ ਹੰਕਾਰ ਚੜ੍ਹਦਾ ਆ ਕੇ ਸਾਖਤ ਹੈ। ਫਿਰ ਉਹ ਸਾਖਤ ਹੈ, ਸ਼ਰੀਕ ਬਣਦਾ ਖੁਦਾ ਦਾ। ਸ਼ਰੀਕ ਖੁਦਾ ਬਣਦਾ ਜਦ। ਹੁਣ ਜਿਹੜਾ ਅਸੀਂ ਕਹਿੰਦੇ ਬੁੱਧ ਮਤ, ਉਹ ਤਾਂ ਆਦਮੀ ਹੈ, ਸ਼ਰੀਕ ਖੁਦਾ ਹੈ। ਫਿਰ ਉਹ ਇਹਦਾ ਨਾਮ ਹੈ ਗੁਰਮਤ। ਨਾਨਕ ਮਤ ਨਹੀਂ ਕਹਿੰਦੇ, ਕਬੀਰ ਮਤ ਨਹੀਂ ਕਹਿੰਦੇ, ਰਵਿਦਾਸ ਮਤ ਨਹੀਂ ਕਹਿੰਦੇ। ਕਹਿੰਦਾ ਕੋਈ ਗੁਰਮਤ ਕਹਿੰਦੇ ਨੇ। ਉਹ ਜਿਹੜੀ ਬੰਦੇ ਦੇ ਨਾਂ ਤੇ ਮਤ ਹੈ, ਚਾਹੇ ਉਹ ਸਨਾਤਨ ਮਤ ਹੈ, ਉਹ ਇਹਦੇ ਵਿਰੋਧ 'ਚ ਖੜੀ ਹੈ। ਜੋ ਮਤ ਆਦਮੀ ਦੇ ਨਾਂ ਤੇ ਹੈ ਨਾ, ਉਹ ਇਹਦੇ ਵਿਰੋਧ 'ਚ ਹੈ, ਇਹਦੇ ਵਿਰੋਧ 'ਚ ਰਹੂਗੀ। ਉਹਦੀ ਮਤ ਹੈ, ਉਹ ਪਰਮੇਸ਼ਰ ਦੀ ਮਤ ਨਹੀਂ ਹੈ। ਉਹ ਅਵਰ ਉਪਾਵ ਨੇ, ਸਾਰੀਆਂ ਮੱਤਾਂ ਹੀ ਅਵਰ ਉਪਾਵ ਨੇ। ਦੂਜੀਆਂ ਜਿਹੜੀਆਂ ਸੰਸਾਰ ਦੀਆਂ ਮੱਤਾਂ ਨੇ ਉਪਾਅ ਦੱਸਦੀਆਂ ਨੇ, ਉਹ ਵਿਸਾਰ ਦੋ। ਗੱਲ ਇਹ ਹੈ, ਬਹੁਤ ਦੱਸੇ ਨੇ ਦੂਜੀਆਂ ਮੱਤਾਂ ਨੇ, ਉਹਦੇ ਵਿੱਚ ਵੀ ਚੰਗੀਆਂ ਗੱਲਾਂ ਨੇ, ਕਿਸੇ ਹੱਦ ਤੱਕ ਚੰਗੀਆਂ ਨੇ, ਬਾਅਦ 'ਚ ਵਿਰੋਧ ਵੀ ਕਰਦੀਆਂ ਨੇ ਬਹੁਤ ਗੱਲਾਂ। ਤਾਂ ਹੀ ਉੱਥੇ ਕੱਟੜਵਾਦ ਆ ਜਾਣਾ, ਰਾਹ ਰੁਕ ਜਾਣਾ। ਉਹ ਜੇ ਰਾਹ ਖੜ ਜਾਣਾ ਤੁਰ ਤੱਕ ਨਹੀਂ ਜਾਣਾ ਤੁਸੀਂ। ਤਾਂ ਵਿਸਾਰ ਨੂੰ ਕਿਹਾ ਉਹਨੇ, ਤੁਰ ਤੱਕ ਨਹੀਂ ਲੈ ਕੇ ਜਾਣਾ। ਪ੍ਰੇਮ ਨਹੀਂ ਪੈਦਾ ਹੋਣ ਦੇਣਾ, ਕਿਸੇ ਜਾ ਕੇ ਨਫ਼ਰਤ ਪੈਦਾ ਕਰ ਦੇਣੀ ਹੈ, ਕਾਂਜੀ ਘੋਲ ਦੇਣੀ ਹੈ ਜਾ ਕੇ ਗਾਹਾਂ। ਪਹਿਲਾਂ ਤਾਂ ਠੀਕ ਹੈ, ਗਾਹਾਂ ਜਾ ਕੇ ਕਾਂਜੀ ਘੋਲ ਦੇਣੀ ਉਹਨਾਂ ਦੁੱਧ ਦੇ ਵਿੱਚ। ਪਹਿਲਾਂ ਤਾਂ ਦੁੱਧ ਹੈ, ਗਾਹਾਂ ਜਾ ਕੇ ਕਾਂਜੀ ਘੋਲ ਦੇਣੀ ਹੈ। ਸਾਡੇ ਵੀ ਕਾਂਜੀ ਘੋਲੀ ਹੈ, ਸਿੱਖਾਂ ਨੇ ਕਾਂਜੀ ਘੋਲੀ ਹੈ। ਜੋ ਪ੍ਰਚਾਰ ਹੈ ਸਭ ਕਾਂਜੀ ਘੋਲੀ ਹੋਈ ਹੈ। ਕਹਿੰਦੇ ਨੇ ਉਹਨੂੰ ਸਿੱਧਾ ਨੂੰ ਕਹਿ ਰਿਹਾ, ਸਿੱਧਾ ਨੂੰ ਕਹਾ ਰਹੇ ਨੇ ਉਹ ਤੇ ਵੀ ਤੁਸੀਂ ਕਾਂਜੀ ਘੋਲਤੀ। ਜੋਗੀਆਂ ਨੂੰ ਕਹਿ ਰਹੇ ਨੇ ਗੁਰਦਾਸ ਵੀ ਕਾਂਜੀ ਪਾਤੀ। ਕਾਂਜੀ ਗੁਰਦਾਸ ਨੇ ਆਪ ਪਾਈ ਹੈ। ਕਾਂਜੀ ਗੁਰਦਾਸ ਤੇ ਪਵਾਈ ਹੈ, ਨਾ ਸਿੱਧਾ ਦਾ ਲਾਉਂਦੇ ਨੇ। ਗੁਰਦਾਸ ਆਪ ਕਾਂਜੀ ਪਾਈ ਹੈ ਉਹਨੇ। ਸਿੱਧਾ ਨੇ ਵਿਚਾਰਾਂ ਨੇ ਕਿਹੜੀ ਕਾਂਜੀ ਪਾਈ ਹੈ? ਕੋਈ ਨਹੀਂ ਪਾਈ। ਸਿੱਧਾ ਨੇ ਤਾਂ ਗੱਲ ਸੁਣੀ ਹੈ। ਜਿਹੜਾ ਕਾਂਜੀ ਪਾਉਣ ਵਾਲਾ ਉਹ ਨੌ ਸਿੱਧਾ ਦਾ ਵਰਤ ਰਿਹਾ। ਦੇਖੋ ਕਿੱਡੀ ਸ਼ਾਤਰ ਗੱਲ ਕੀਤੀ। ਜਿਹੜੇ ਆਪ ਵਿਰੋਧ ਕਰ ਰਹੇ ਨੇ ਨੌ ਪੰਡਤ ਦਾ ਵਰਤ ਰਹੇ ਨੇ। ਬਾਰ ਪੰਡਤ ਦਾ ਨੌ ਵਰਤਿਆ ਇਹਨੇ। ਜਿਹੜਾ ਸੀਗਾ ਕਾਲਾ ਫਗਾਨਾ ਹੈ ਪੰਡਤ ਨੇ ਉਹ ਕਰਤਾ, ਤੁਸੀਂ ਰਹੇ ਹੋ। ਪੰਡਤ ਕਿੱਥੇ ਕਰ ਰਿਹਾ ਕੋਈ? ਬਦਨਾਮ ਪੰਡਤ ਨੂੰ ਕਰਦੇ ਹੋ। ਪੰਡਤ ਤੁਸੀਂ ਆਪ ਹੋ, ਪੂਜਾ ਤੁਸੀਂ ਆਪ ਲੈਣ ਵਾਲੇ ਹੋ। ਫੂਕੇ ਤੁਹਾਡੇ ਨੇ ਸਾਰੇ ਉੱਤੇ ਨਗੂ ਭਰੇ ਨੇ ਜਿਹੜੇ। ਉਹ ਕੌਣ ਸੀ? ਉਹ ਜਿਹੜੇ ਪਸੰਦ ਫੂਕੇ ਸੀ ਉਹਨਾਂ ਦੀ ਹੁਣ ਕੱਢਣੀ ਪਊਗੀ ਸ਼ੀਟ ਰੌਲ। ਉਹ ਕੌਣ ਸੀ ਪਿੱਛੇ ਤੇ? ਉਹਨਾਂ ਦੀ ਖੋਜ ਕਰਨੀ ਪਊ ਵੀ ਇਹ ਜਿਹੜੇ ਬੰਦੇ ਬੋਲਦੇ ਨੇ ਇਹ ਉਹਨਾਂ ਦੀ ਹਾਲਾਤ ਤਾਂ ਨਹੀਂ ਕਿਤੇ। ਕਿਉਂ ਇਹਨਾਂ ਦਾ DNA ਕੀ ਹੈ ਇਹ ਦੇਖਣਾ ਪਊ। ਕਿਹੜਾ ਆਦਮੀ ਜਿਹੜਾ ਬੋਲਦਾ ਕਿੱਥੋਂ ਬੋਲਦਾ, ਪਿੱਛੇ ਕਿੱਥੋਂ ਆਇਆ ਹੋਇਆ, ਇਹ DNA ਕਿੱਥੋਂ ਆ? ਇਹ ਗੱਲ ਦੀ ਰੋਜ਼ ਇਹ ਗੱਲ ਲੜਾਈ ਹੋਈ ਸੀ ਵੀ ਸਿੱਖਾਂ ਦੇ ਵਿੱਚ ਤਾਂ ਫਿਰ ਸਿੱਖ ਰਹਿਣੇ ਹੀ ਨਹੀਂ। ਤਾਂ ਲੜਾਈ ਹੋਈ ਸੀ ਇਸ ਤਰੀਕੇ ਨਾਲ ਅਸੀਂ ਦੁਨੀਆ ਤੇ ਛਾ ਜਾਈਏ। ਛਿੱਤਰ ਖੜਕਦਾ ਤੁਹਾਡਾ। ਹਰਿਆਣੇ ਵਾਲੇ ਕਹਿੰਦੇ ਅਸੀਂ ਉਹ ਜਦ ਜਿੱਥੇ ਮਾਇਆ ਆਜੂਗੀ, ਸਵਾਰਥ ਆਜੂਗਾ, ਉੱਥੇ ਏਕਤਾ ਥੋੜੀ ਰਹਿ ਕਿਵੇਂ ਜਾਊਗੀ? ਪ੍ਰੇਮ ਰਹਿ ਕਿਵੇਂ ਜਾਊਗਾ? ਹਾਂਜੀ। ਅਵਰ ਉਪਾਵ ਸਭ ਮੀਤ ਵਿਸਾਰੋ,
ਚਰਨ ਕਮਲ ਰਿਦ ਮੈਂ ਉਰ ਧਾਰੋ। ਅਵਰ ਉਪਾਪ ਸਭ ਮੀਤ ਬਸਾਰੋ, ਸਾਰੇ ਉਪਾਪ ਬਸਾਰ ਦੋ। ਚਰਨ ਕਮਲ ਰਿਦ ਮੈਂ ਉਰ ਰਿਦ ਧਾਰੋ। ਮੈਂ ਉਰ ਧਾਰ। ਜਿਹੜੇ ਚਰਨ ਕਮਲ ਨੇ, ਜਿਹੜੇ ਗੁਣ ਨੇ, ਕੋਮਲ ਗੁਣ ਨੇ, ਕੋਮਲ। ਕਮਲ ਕੋਮਲ ਦਾ ਨਾਂ ਹੀ ਹੈ। ਕਮਲ ਦਾ ਫੁੱਲ ਕੋਮਲ ਹੁੰਦਾ ਹੈ। ਕਮਲ ਦਾ ਫੁੱਲ ਬੜਾ ਕੋਮਲ ਹੁੰਦਾ ਹੈ। ਕੋਮਲ ਨੇ ਜਿਹੜੇ ਕੋਮਲ ਨੇ ਗੁਣ, ਉਹੀ ਪ੍ਰੇਮ ਹੁੰਦਾ ਉਹਨਾਂ 'ਚ। ਸਖਤ ਗੁਣਾਂ 'ਚ ਪ੍ਰੇਮ ਨਹੀਂ ਹੁੰਦਾ। ਕੱਟੜਵਾਦ ਦੇ ਕੋਮਲ ਨਹੀਂ ਹੁੰਦੇ ਗੁਣ। ਕੱਟੜਵਾਦ ਦੇ ਗੁਣ ਪੱਥਰ ਵਰਗੇ ਹੁੰਦੇ ਨੇ। ਹੁਣ ਕਮਲ ਨੂੰ ਸੜ ਦਈਏ ਪੱਥਰਾਂ 'ਚ, ਹੀਰੇ ਜਵਾਹਰਾਤ ਦੇ ਵਿੱਚ, ਕਮਲ ਦਾ ਗਿਆ? ਕਮਲ ਦਾ ਗਿਆ? ਕਮਲ ਦੇ ਫੁੱਲ ਨੇ, ਉੱਤੇ ਹੀਰੇ ਜਵਾਹਰਾਤ ਸੜ ਦਈਏ ਉਹਦੇ, ਤੇ ਖਤਮ ਹੈ ਵਿਚਾਰ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਸੰਤ ਜਨਾ ਮਿਲ ਕਰੋ ਵਿਚਾਰ। ਫਿਰ ਸੰਤ ਜਨੋ, ਸੰਤ ਜਨਾਂ ਦਾ ਮਤਲਬ ਆਇਆ ਸੰਤ ਜਨਾਂ ਨੂੰ ਸੰਬੋਧਨ। ਜੇ ਸੰਤ ਜਨੋ ਜਿਵੇਂ ਆਪਾਂ ਕਹਿੰਦੇ ਹਾਂ, ਇਵੇਂ ਸੰਤ ਜਨਾਂ ਕਹੇ। ਸੰਤ ਜਨ ਇੱਕ ਦੂਏ ਨਾਲ ਮਿਲ ਸਕਦੇ ਨੇ। ਜਿਹੜਾ ਮਿਲੂਗਾ ਜਾ ਕੇ ਉਹ ਵੀ ਸੰਤ ਜਨ ਹੈ। ਜਿਹੜਾ ਵਿਚਾਰ ਕਰੂ, ਬਰਾਬਰ ਦਾ ਆਦਮੀ ਵਿਚਾਰ ਕਰ ਸਕਦਾ, ਦੂਆ ਦਾ ਸੁਣੂਗਾ। ਫਿਰ ਇਸ ਕਰਕੇ ਸੰਤ ਜਨਾਂ ਮਿਲ ਕਰੋ ਵਿਚਾਰ। ਸੰਤ ਜਨਾਂ ਨਾਲ ਮਿਲ ਕੇ ਵਿਚਾਰ ਕਰਨ ਦੀ ਗੱਲ ਨਹੀਂ। ਜਿਹੜਾ ਜਿਹਨੂੰ ਕਿਹਾ ਉਹ ਵੀ ਸੰਤ ਹੈ, ਗੁਰਸਿੱਖ ਨੇ। ਜਿਵੇਂ ਕਹਿੰਦੇ ਬੈਠੋ ਸਭਾ ਵਿਛਾਈ, ਉਹ ਗੱਲ ਕੋਈ ਆਪਣੇ ਜਿਹੜੇ ਬਰਾਬਰ ਦੇ ਨੇ, ਨਾਲ ਦੇ ਸੰਤ ਜਨ ਨੇ, ਸਾਰੇ ਗੁਰਸਿੱਖ ਨੇ, ਉਹ ਉਹਨਾਂ ਨਾਲ ਬੈਠ ਕੇ ਵਿਚਾਰ ਕਰੋ। ਮਨਮੁਖਾਂ ਨਾਲ ਵਿਚਾਰ ਨਹੀਂ ਕਰਦੀ ਗੁਰਬਾਣੀ। ਮਨਮੁਖਾਂ ਦੇ ਨਾਲ ਵਿਚਾਰ ਕਰੇ ਤੇ ਮਨਮੁਖਾਂ ਦੀ ਭਾਸ਼ਾ ਔਰ ਗੁਰਮੁਖਾਂ ਦੀ ਭਾਸ਼ਾ 'ਚ ਫਰਕ ਹੈ। ਉੱਥੇ ਕੁਝ ਵੀ ਨਿਕਲ ਨੂੰ ਨਹੀਂ ਹੈ ਸਵਾਏ ਬਹਿਸ ਤੇ। ਉੱਥੇ ਨਿਕਲਣਾ ਕੁਝ ਨਹੀਂ ਹੈ, ਸਮਝਿਆ ਨਹੀਂ। ਉੱਥੇ ਵਿਰੋਧਾਭਾਸ ਖੜਾ ਹੋਊ ਭਾਸ਼ਾ ਦਾ ਹੀ। ਸੰਤ ਜਨਾਂ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਏਕ ਸਿਮਰ ਨਾਮ ਆਧਾਰ। ਸਿਮਰ ਦੇਖੋ, ਹੁਣ ਜਪਣ ਤੇ ਅੱਗੇ ਸਿਮਰਨ ਦੀ ਗੱਲ ਹੈ। ਜਪ ਤੋਂ ਸਿਮਰਨ ਹੁੰਦਾ ਯਾਦ ਹੋਣਾ, ਯਾਦ ਰਹਿ ਜਾਣਾ। ਜੋ ਚੀਜ਼ ਭੁੱਲ ਗਿਆ ਉਹ ਭੁੱਲੀ ਨਹੀਂ। ਹੁਣ ਸਿਮਰਤੀ ਜੋ ਭੁੱਲੀ ਚੀਜ਼ ਦੀ ਚੇਤਾ ਆ ਗਿਆ। ਏਕ ਸਿਮਰ, ਇਹਦਾ ਮਤਲਬ ਦੋ ਸਿਮਰਨ ਨੇ ਸਾਡੇ ਕੋਲ। ਦੁਬਦਾ 'ਚ ਦੋ ਸਿਮਰਨ ਹੁੰਦੇ ਨੇ। ਅੱਗੇ ਆ ਜਾਣਾ ਅਗਲੇ ਪਦੇ 'ਚ। ਜਿਸ ਧਨ ਕੋ, ਇਹਨਾਂ ਦੋ ਤਰ੍ਹਾਂ ਦੇ ਧਨ ਨੇ। ਚਾਰ ਗੁਣ ਧਾਰਨ। ਇੱਕ ਧਨ ਇਹ ਜਿਹਾ ਜਿਹਦੇ ਵਾਸਤੇ ਚਾਰੇ ਪਾਸੇ ਭੱਜਿਆ ਫਿਰਦਾ ਸੰਸਾਰੀ ਧਨ, ਉਹਦਾ ਵੀ ਸਿਮਰਨਾ ਸਾਡੇ ਕੋਲ। ਉੱਠਦੇ ਸਾਰੇ ਦਾ ਉਹਦਾ ਹੀ ਚੇਤਾ, 24 ਘੰਟੇ ਉਹਦਾ ਹੀ ਸਿਮਰਨਾ। ਯਾਦ ਆ ਉਹ ਦੁਕਾਨਦਾਰੀ ਹੈ, ਬਿਜ਼ਨਸ ਹੈ, ਸਭ ਕੁਝ ਹੈ, ਨੌਕਰੀ ਹੈ। ਚੇਤਾ ਕਾਹਦਾ? ਉਹ ਡਿਊਟੀ ਦਾ ਚੇਤਾ ਤਾਂ ਧਨ ਦਾ ਚੇਤਾ। ਇਹ ਸੰਸਾਰੀ ਸਿਮਰਨ, ਸੰਸਾਰੀ ਧਨ ਦਾ ਬਾਹਰਲੇ ਸਰੀਰ ਵਾਸਤੇ, ਬਾਹਰਲੇ ਸਰੀਰ ਦੀਆਂ ਲੋੜਾਂ ਦਾ ਚੇਤਾ, ਬਾਹਰਲੇ ਸਰੀਰ ਦੀਆਂ ਲੋੜਾਂ ਦੀ ਚਿੰਤਾ। ਚਿੰਤਾ ਔਰ ਚਿੰਤਨ ਇਕੱਠੇ ਹੀ ਨੇ। ਚਿੰਤਨ ਔਰ ਚਿੰਤਾ ਦੇ ਵਿੱਚ ਕੋਈ ਫਰਕ ਨਹੀਂ। ਇੱਕ ਸਿੱਕੇ ਦੇ ਦੋ ਪਹਿਲੂ ਨੇ। ਇੱਕ ਚਿੰਤਨ ਤਾਂ ਚਿੰਤਾ ਪੈਦਾ ਕਰਦਾ, ਇੱਕ ਚਿੰਤਨ ਚਿੰਤਾ ਨੂੰ ਖਾਂਦਾ। ਹਾਂ, ਜਿਹੜਾ ਤਾਂ ਏਕ ਸਿਮਰ ਵਾਲਾ ਚਿੰਤਨ, ਉਹਦਾ ਚਿੰਤਾ ਦਾ ਨਾਸਕ ਹੈ। ਚਿੰਤਾ ਨੂੰ ਖਾ ਜਾਂਦਾ। ਜਿਹੜਾ ਜਿਸ ਧਨ ਕੋ ਚਾਰ ਕੋ ਟੁੱਟ ਧਾਵਾ, ਇਹ ਚਿੰਤਾ, ਇਹਦਾ ਚਿੰਤਨ ਹੈ ਜਿਹੜਾ ਇਹ ਚਿੰਤਾ ਪੈਦਾ ਕਰਦਾ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ, ਜਿਉਂ-ਜਿਉਂ ਧਨ ਵਧੂਗਾ ਚਿੰਤਾ ਵਧੂਗੀ। ਇਹਦਾ ਚਿੰਤਨ ਚਿੰਤਾ ਪੈਦਾ ਹੀ ਕਰਦਾ। ਕਿਸੇ ਆਧਾਰ ਤੇ ਗੱਲ ਕਹੀ ਹੋਈ ਹੈ।
ਤੇ ਪਹਿਲੀ ਗੱਲ ਕਹਿ ਦਿੱਤੀ ਔੜ ਜੀ ਲੱਗਦੀ ਸੀ ਤੁਹਾਨੂੰ। ਨਹੀਂ ਨਾਲ ਹੋਰ ਵੀ ਨਾਲ ਬੰਦਗੀ ਜੀ ਸੋ ਧਨ ਹਰ ਸੇਵਾ ਤੇ ਪਾਵੇ। ਉਹ ਗੱਲ ਹੋਰ ਹੈ। ਉਹ ਧਨ ਦੀ ਪ੍ਰਾਪਤੀ ਕਿੱਥੋਂ? ਉਹ ਗੱਲ ਹੈ ਉਹ ਤਾਂ ਧਨ ਦੀ ਪ੍ਰਾਪਤੀ ਦੀ ਗੱਲ ਹੈ। ਦੋ ਪ੍ਰਕਾਰ ਦੇ ਧਨ ਤਾਂ ਹੋ ਗਏ ਨਾ। ਇੱਕ ਤਾਂ ਧੌਂਦਾ ਉੱਠ ਗਿਆ ਭਜਦਾ ਤਾਂ ਰੋਜ਼ ਸਾਰੇ ਦੁਨੀਆ ਭਜਦੀ ਹੈ। ਉਹ ਉਹ ਦੂਆ ਦੇਖੋ ਇੱਕ ਵਾਸਤੇ ਭਜਦਾ ਹੈ, ਦੂਏ ਵਾਸਤੇ ਭਜਦਾ ਹੁਣ ਖਤਮ ਹੋਣੀ ਹੈ। ਹਰ ਨਾਮ ਕਮਾਉਣਾ ਨਾਨਕ ਇਹ ਧਨ ਸਾਰ ਸਲੋਕ ਵਿੱਚ ਇਹਨਾਂ ਦੇ ਇਹੋ ਧਨਸਾਰ। ਇਹ ਹਾਂ ਜਿਹੜਾ ਧਨ ਸਾਰ ਧਨ ਹੈ ਇੱਕ ਤਾਂ ਉਹ ਤਾਂ ਹੈ ਸੱਚਾ ਧਨ, ਨਾਮ ਧਨ। ਇੱਕ ਧਨ ਹੈ ਮਾਇਆ, ਝੂਠਾ ਧਨ। ਦੋ ਪ੍ਰਕਾਰ। ਬਾਹਰਲਾ ਸਰੀਰ ਝੂਠਾ ਹੈ, ਇਹਦੇ ਵਾਸਤੇ ਜੋ ਧਨ ਹੈ ਸੰਸਾਰੀ ਧਨ ਹੈ। ਮਾਇਆ ਦਾ ਜੋ ਧਨ ਹੈ, ਮਾਇਆ ਝੂਠੀ ਹੈ, ਉਹ ਝੂਠਾ ਹੈ। ਜੋ ਤਾਂ ਸੱਚੀ ਹੈ ਉਹਦੇ ਵਾਸਤੇ ਧਨ ਸੱਚਾ ਹੈ। ਜਾਤ ਔਰ ਜੋਤ ਤੇ ਹੀ ਗੱਲ ਟਿਕੀ ਰਹਿਣੀ ਹੈ। ਜਾਤ ਔਰ ਜੋਤ, ਮਾਇਆ ਔਰ ਬ੍ਰਹਮ ਰਹਿੰਦੇ ਇਕੱਠੇ ਹੀ ਨੇ। ਪਰ ਚਿੰਤਾ ਮਾਇਆ ਦੀ ਨਹੀਂ ਕਰਨੀ, ਚਿੰਤਾ ਆਪਣੀ ਕਰਨੀ ਹੈ। ਨਾਮ ਦੀ ਉਹ ਚਿੰਤਨ ਕਰਨਾ, ਚਿੰਤਾ ਨਹੀਂ ਕਰਨੀ, ਚਿੰਤਨ ਕਰਨਾ। ਚਿੰਤਾ ਨਹੀਂ ਕਰਨੀ, ਨਾਮ ਦੀ ਚਿੰਤਨ ਕਰਨਾ। ਚਿੰਤਨ ਸਿਮਰਨ ਹੈ। ਚਿੰਤਨ ਸਿਮਰਨਾ। ਸਿਮਰਨ ਖੋਜ ਹੈ, ਚਿੰਤਨ ਸਿਮਰਨ ਹੈ ਤਾਂ ਚਿੰਤਨ ਹੈ। ਜੇ ਆਪਣਾ ਆਤਾ ਹੈ ਕੰਮ ਕਰਨਾ, ਕਰਦੇ ਹੈ। ਇੱਕ ਤਾਂ ਆਪਣੇ ਚਿੱਤ ਹੈ, ਉਹ ਕਿਹਾ ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਤੋਂ ਅਬ। ਚੇਤਾ ਹੈ ਕਰਨਾ, ਕੰਮ ਕਰ ਨਹੀਂ ਰਿਹਾ। ਚੇਤਾ ਹੋਣਾ ਹੀ ਜਿਹੜਾ ਹੈਗਾ ਉਹ ਹੈਗਾ ਸਾਨੂੰ ਯਾਦ ਹੈ, ਸਾਡੇ ਯਾਦ ਰੱਖਣਾ। ਹਾਂਜੀ ਜਿਹੜਾ ਦੋ ਧਨ ਨੇ, ਦੋਏ ਸਰੀਰ ਨੇ ਸਾਡੇ ਕੋਲ, ਅੰਦਰਲਾ ਔਰ ਬਾਹਰਲਾ। ਬਾਹਰਲਾ ਸਰੀਰ ਤਾਂ ਟੈਂਪਰੇਰੀ ਤੌਰ ਤੇ ਹੀ ਹੈ। ਟੈਂਪਰੇਰੀ ਇਹ ਹੈ, ਮਤਲਬ ਹੈ ਇਹਦੀ ਲਾਈਫ ਹੈ ਟੈਂਪਰੇਰੀ। ਇਹਦਾ ਧਨ ਸੱਚਾ ਧਨ ਨਹੀਂ ਹੈ। ਜਿਹੜਾ ਧਨ ਹੈ ਇਹ ਸੱਚ ਦਾ ਝੂਠਾ, ਉਹਨੂੰ ਮੂਰਖਾਵਾਰ ਕਿਹਾ। ਉਹ ਤਾਂ ਮੂਰਖਾਵਾਰ ਹੈ, ਕਿਉਂਕਿ ਚਿੰਤਾ ਇਕੱਠੀ ਕਰਦਾ ਅਸਲ 'ਚ। ਹਾਂਜੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਸੰਤ ਜਨਾ ਮਿਲ ਕਰੋ ਵਿਚਾਰ। ਹੈ ਸੰਤ ਜਨੋ ਆਪਸ ਵਿੱਚ ਹੀ ਮਿਲ ਕੇ ਵਿਚਾਰ ਕਰੋ। ਗੁਰਮੁਖਾਂ ਨਾਲ ਮਿਲ ਕੇ ਵਿਚਾਰ, ਗੁਰ ਸਿੱਖਾਂ ਨਾਲ ਮਿਲ ਕੇ ਵਿਚਾਰ ਕਰ। ਮਨਮੁਖਾਂ ਦੇ ਸਾਖਤ ਤੋਂ ਤਾਂ ਦੂਰੋਂ ਜਾਈਏ ਭਾਜ ਕਹੇ ਇਹ ਸੰਤ ਨੇ, ਇਹ ਸਾਖਤ ਨੇ। ਦੇਖੋ ਸੰਤ ਦੇ ਮੁਕਾਬਲੇ ਦਾ ਸਾਖਤ ਹੈ। ਸੰਤ ਦੇ ਮੁਕਾਬਲੇ ਦਾ ਸਾਡਾ, ਸੰਤ ਦੇ ਮੁਕਾਬਲੇ 'ਚ ਵਿਰੋਧ 'ਚ ਸਾਖਤ ਖੜਾ ਹੈ। ਗੁਰਮੁਖ ਦੇ ਮੁਕਾਬਲੇ 'ਚ ਮਨਮੁਖ ਖੜਾ। ਆਮ ਲੋਕ ਦਾ ਮਨਮੁਖ ਹੈ, ਨਾ ਸਾਖਤ ਹੈ। ਆਮ ਲੋਕਾਂ ਦਾ ਜਿਹੜਾ ਲੀਡਰ ਹੈ ਦੂਏ ਪਾਸੇ ਲਾਉਣ ਵਾਲਾ, ਨਾਮ ਤੋਂ ਵਿਰੋਧ ਕਰਾਉਣ ਵਾਲਾ, ਉਹ ਸਾਖਤ ਹੈ। ਆਮ ਆਦਮੀ ਜਿਹੜਾ ਲੀਡਰ ਹੈ ਉਹ ਤਾਂ ਜਿਹੜਾ ਵਿਚਾਰੇ ਜਿਹੀ ਜਿਹੀ ਗੱਲ ਸੁਣ ਰਿਹਾ ਉਹ ਜੀ ਮੰਨ ਲੈਂਦਾ। ਉਹ ਜਿਹੜਾ ਹੁਣ ਕਿਸੇ ਸੰਤ ਦੇ ਦੀਵਾਨ 'ਚ ਜਾਂਦਾ ਉਹ ਤਾਂ ਜੋ ਉੱਥੇ ਸੁਣਦਾ ਉਹ ਮੰਨ ਲੈਂਦਾ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਏਕ ਸਿਮਰ ਨਾਮ ਆਧਾਰ। ਏਕ ਸਿਮਰੋ, ਦੋ ਨਾ ਸਿਮਰੋ। ਦੋ ਸ਼ਰੀਰਾਂ ਦਾ ਚੇਤਾ ਨਾ ਰੱਖੋ, ਇੱਕ ਦਾ ਹੀ ਅੰਦਰਲੇ ਦਾ ਚੇਤਾ ਰੱਖੋ। ਬਾਹਰਲੇ ਨਾਨਕ ਚਿੰਤਾ, ਉਹ ਕਿਹੜੀ ਚਿੰਤਾ? ਬਾਹਰਲੇ ਸਰੀਰ ਦੀ। ਉਹ ਚਿੰਤਾ ਉਹ ਹੈ, ਚਿੰਤਾ ਤੇ ਹਾਂ ਉਹ ਸਰੀਰ ਹੈ ਉਹਦਾ, ਉਹ ਤੇਰਾ ਹੀ ਨਹੀਂ। ਸਰੀਰ ਹੈ ਉਹਦਾ, ਤੇਰਾ ਹੀ ਨਹੀਂ। ਉਹਦੇ ਖਾਤਰ ਇੰਤਜ਼ਾਮ ਵੀ ਉਹਨੇ ਕੀਤਾ ਹੋਇਆ, ਸਾਡੇ ਵੱਸ ਦਾ ਹੈ ਨਹੀਂ। ਉਹ ਚਿੰਤਾ ਤਿਆਗਣ ਨੂੰ ਕਿਹਾ ਹੈ, ਇਹ ਸਿਮਰਨ ਕਰਨ ਨੂੰ ਕਿਹਾ ਹੋਇਆ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਏਕ ਦੇਖੋ, ਏਕ ਸਿਮਰ ਤੇ ਨਹੀਂ ਕੌਮਾ ਮੁਕਣਾ, ਕੌਮਾ ਲੱਗਣਾ। ਏਕ ਸਿਮਰ ਨਾਮ ਆਧਾਰ ਅੱਡ ਕੱਢ ਦੇਣਾ। ਹੈ ਹੀ ਆਧਾਰ ਉਹ, ਨਾਮ ਕੇ ਧਾਰੇ ਨਾਮ ਆਧਾਰ, ਸਗਲੇ ਜੰਤ। ਨਾਮ ਕੇ ਧਾਰੇ ਸਗਲੇ ਜੰਤ। ਉਹਦਾ ਆਧਾਰ ਹੈ ਹੀ ਸਾਰੀ ਸੰਸਾਰ ਦੇ ਆਧਾਰ। ਕੀ ਜੜ ਕੀ ਚੇਤਨਾ ਆਧਾਰ ਇਹ ਹੋਆ।
एक सिमर नाम, एको नाम, उत्थे एको नाम कहते, एक नाम कहता। तेरा एक नाम तारे एक दे नाल नाम लगूगा, इत्थे कौमा लगूगा तां ठीक आऊगी, नहीं ठीक नहीं होना। आधार कला कढ़ देना, आधार नाम नहीं बनना है। एक सिमर नाम जो के है सब कासे दा आधार। कल बन गई ना बस। ਅਵਰ ਉਪਾਪ ਸਭ ਮੀਤ ਵਿਸਾਰੋ। ਇਹ ਨਾਮ ਦੇ ਆਧਾਰ ਨੂੰ ਬਣਾਉਣ ਤੇ ਬਿਨਾਂ ਜਿਹੜੇ ਹੋਰ ਸਾਰੇ ਉਪਾਅ ਕਰਦੇ ਹਨ ਮੀਤ। ਅਵਰ ਉਪਾਪ ਸਭ ਮੀਤ ਵਿਸਾਰੋ। ਚਰਨ ਕਮਲ ਵਿਦ ਮੈਂ ਉਰ ਧਾਰੋ। ਹੇ ਮੀਤ, ਜਿਹੜੇ ਹੋਰ ਉਪਾਅ ਨੇ ਸਾਰੇ ਉਹਨੂੰ ਭੁੱਲ ਜਾਓ। ਹੋਰ ਉਪਾਅ ਕੀ ਨੇ? ਬਾਕੀ ਸੰਸਾਰੀ ਮੱਤਾਂ ਦੇ ਸਾਰੇ ਉਪਾਅ ਨੇ। ਜੋ ਸੰਸਾਰੀ ਮੱਤਾਂ ਨੇ ਇਹ ਤਾਂ ਹੋ ਗਈ ਗੁਰਮਤ। ਇਹ ਪੰਕਤੀ ਹੈ ਗੁਰਮਤ ਦੀ। ਸੰਤ ਜਨਾ ਮਿਲ ਕਰੋ ਏਕ ਸਿਮਰ ਨਾਮ ਆਧਾਰ। ਇਹ ਗੁਰਮਤ ਦੀ ਪੰਕਤੀ ਹੈ। ਇਹ ਤਾਂ ਕੰਮ ਕਰਨਾ ਜਿਹੜਾ ਮਨਮਤ ਬਾਕੀ ਨੇ ਮਾਲਾ ਫੇਰਨੀ। ਵਾਹਿਗੁਰੂ ਵਾਹਿਗੁਰੂ ਕਰਨਾ, ਸਵੇਰੇ ਉੱਠ ਕੇ ਜੋ ਰਹਿਤ ਮਰਿਆਦਾ ਹੈ ਪਾਠ ਕਰਨੇ, ਪਾਠ ਪੜ੍ਹੇ ਔਰ ਵੇਦ ਵਿਚਾਰਿਓ, ਇਹ ਭੁੱਲ ਜਾਓ, ਛੱਡ ਦਿਓ। ਵਿਸਾਰੋ ਲਿਖਿਆ ਅਵਰ ਉਪਾਪ ਸਭ ਮੀਤ ਵਿਸਾਰੋ ਕਰਨ ਨੂੰ ਕਹਿਤੀ ਰਹਿਤ ਮਰਿਆਦਾ ਸ਼ੁਰੂ ਕਿਉਂ ਕੀਤੀ? ਅਵਰ ਉਪਾਪ ਸ਼ੁਰੂ ਕਰਵਾਤੇ। ਇਹ ਤਾਂ ਉਲਟ ਕਰਤੀ ਗੱਲ। ਜਿਹੜਾ ਬੈਨ ਲਾਇਆ ਸੀ ਇਹ ਬੈਨ ਨੂੰ ਕ੍ਰੋਸ ਕਰਕੇ ਅਵਰ ਉਪਾਪ ਸ਼ੁਰੂ ਕਰਾਤੇ ਸਿੱਖਾਂ ਨੇ। ਜਦੋਂ ਬੈਰੀਅਰ ਸੀ ਉਧਰ ਲੱਗਿਆ, ਇੱਧਰ ਜਾਣਾ ਨਹੀਂ, ਉਧਰ ਚਲੇ ਗਏ ਤੇ ਹੁਣ ਤਾਂ ਫਿਰ ਕਿਰਪਾਨਾਂ ਪਾ ਕੇ ਉੱਥੇ ਕਬਰਾਂ ਤੇ ਹੀ ਜਾਣਗੇ, ਹੋਰ ਕੀ ਕਰਨਗੇ? ਤੁਸੀਂ ਤਾਂ ਬੈਰੀਅਰ ਜਿਹੜਾ ਲਾਇਆ ਸੀ ਵੀ ਯਾਰ ਜਾਣਾ ਹੀ ਨਹੀਂ, ਬੈਰੀਅਰ ਖੋਲਤਾ। ਨਾਮ ਵਾਲਾ ਬੈਰੀਅਰ ਬੰਦ ਕਰਤਾ, ਦੂਆ ਖੋਲਤਾ, ਨਾਮ ਵਿਸਾਰਤਾ। ਨਾਮ ਵਿਸਾਰਤਾ। ਨਾਮ ਵਿਸਾਰ, ਨਾਮ ਵਿਸਾਰ ਲੱਗੇ ਹਨ ਲਾਲਚ ਝੂਠਾ ਜਨਮ ਪੁਰਾਣੀ। ਹੋ ਲਾਲਚ ਲੱਗੇ ਨੇ। ਆ ਜਿਹੜਾ ਸੀ ਨਾ ਬੈਨ ਲਾਇਆ ਹੋਇਆ ਦੂਜਾ ਰਸਤਾ ਬੰਦ ਕਰਤਾ ਸੀ। ਇਹ ਪੱਛਮ ਦੁਆਰਾ ਇਹੀ ਹੈ ਦੀ ਸਲੋੜ ਕਿਹਾ ਸੀ ਕਬੀਰ ਨੇ। ਇਹ ਪੁੱਠੇ ਪਾਸੇ ਨੂੰ ਜਾਂਦਾ, ਅਗਿਆਨਤਾ ਵੱਲ ਨੂੰ ਜਾਂਦਾ ਰਸਤਾ ਹੈ। ਪੱਛਮ ਦੁਆਰੇ ਕੀ ਸਲੋੜ। ਦੋ ਰਸਤੇ ਐ ਨਹੀਂ ਹੈ ਵੀ ਕਹਿ ਨੂੰ ਜਾਂਦਾ ਕਹਿ ਨੂੰ ਜਾਂਦਾ, ਐ ਨਹੀਂ ਦੋ ਰਸਤੇ। ਇੱਕ ਪਿੱਛੇ ਨੂੰ ਜਾਂਦਾ, ਗਾਹਾਂ ਨੂੰ ਜਾਂਦਾ। ਰਸਤੇ ਹਮੇਸ਼ਾ ਜਿੱਥੇ ਖੜ ਜਾਓ ਦੋਏ ਹੁੰਦੇ ਨੇ। ਜੀਟੀ ਰੋਡ ਤੇ ਕਿਤੇ ਖੜ ਜਾਓ, ਇੱਕ ਰਸਤਾ ਨਹੀਂ, ਦੋ ਨੇ। ਇੱਕ ਦਿੱਲੀ ਨੂੰ ਜਾ ਰਿਹਾ, ਇੱਕ ਅੰਮ੍ਰਿਤਸਰ ਨੂੰ ਜਾ ਰਿਹਾ, ਦੋ ਨਹੀਂ ਹੈ ਰਸਤੇ। ਇੱਕ ਰਸਤਾ ਹੁੰਦਾ ਹੀ ਨਹੀਂ, ਰਸਤੇ ਹੀ ਦੋ ਹੁੰਦੇ ਨੇ। ਜਿੱਧਰ ਨੂੰ ਮੂੰਹ ਆਓ ਤੁਹਾਡਾ ਰਸਤਾ। ਜੇ ਮੂੰਹ ਪੁੱਠੇ ਪਾਸੇ ਨੂੰ ਹੋ ਜਾਏ ਰਸਤਾ ਬਦਲ ਜੂਗਾ। ਫਿਰ ਆਉਣਗੇ ਵੀ ਅੰਮ੍ਰਿਤਸਰ ਇੰਨਾ ਕਿਲੋਮੀਟਰ ਰਹਿ ਗਿਆ, ਦਿੱਲੀ ਇੰਨਾ ਕਿਲੋਮੀਟਰ ਲੰਘਿਆ। ਉਧਰ ਨੂੰ ਮੂੰਹ ਕਰੋਗੇ ਦੂਏ ਪਾਸੇ ਦੇ ਬੋਰਡ ਆਉਣਗੇ, ਉਧਰ ਨੂੰ ਮੂੰਹ ਕਰੋਗੇ ਬੋਰਡ ਦੂਏ ਪਾਸੇ ਦੇ ਆਉਣਗੇ। ਫਿਰ ਦੋ ਨਾਲ ਰਸਤੇ ਹੋਏ। ਇੱਕੋ ਹੀ ਰਸਤਾ ਦੋ ਹੁੰਦੇ ਨੇ। ਇੱਕ ਸਿੱਕੇ ਦੇ ਹਮੇਸ਼ਾ ਦੋ ਪਹਿਲੂ ਹੁੰਦੇ ਨੇ। ਇਹ ਪੱਛਮ ਜੇ ਤਾਂ ਜਾਣਾ ਨਰਕ ਵੱਲ ਨੂੰ, ਉਹੀ ਰਸਤਾ ਨਰਕ ਵੱਲ ਨੂੰ ਜਾਂਦਾ ਜੇ ਵਾਊਟਰਨ ਹੋ ਕੇ ਚੱਲੋਗੇ। ਜੇ ਤਾਂ ਝਾਕਣ ਲੱਗੇ ਪਿਛੇ ਨੂੰ ਪੱਛਮ ਦੁਆਰੇ ਕੀ, ਫਿਰ ਤਾਂ ਕਹੇ ਨਰਕ ਵੱਲ ਨੂੰ, ਨਰਕ ਦੀਆਂ ਜੂਨਾਂ ਨੂੰ ਥੱਲੇ। ਅਕਲ ਦਾ ਨੁਕਸਾਨ ਹੋਣ ਲੱਗ ਗਿਆ। ਹੋਰ ਕੀ? ਅਕਲ ਡਿਵੈਲਪ ਹੋਈ ਹੈ, ਅਕਲ ਦਾ ਹੀ ਨਾਸ਼ ਹੋਣਾ। ਬੁੱਧ ਪ੍ਰਕਾਸ਼ ਹੋਣੀ ਹੈ ਜਾਂ ਬੁੱਧ ਦਾ ਵਿਨਾਸ਼ ਹੋਣਾ, ਇਹੀ ਰਸਤਾ। ਗਿਆਨ ਦੇ ਵਿੱਚ ਘਾਟਾ ਪੈਣਾ ਜਾਂ ਗਿਆਨ 'ਚ ਵਾਧਾ ਹੋਣਾ, ਇਹੀ ਰਸਤਾ। ਹਿਰਦੇ ਦੇ ਵਿੱਚ ਭਰਮ ਵਧਣਾ ਜਾਂ ਭਰਮ ਦਾ ਨਾਸ਼ ਹੋਣਾ, ਇਹੀ ਦੋ ਰਸਤੇ। ਜੇ ਤਾਂ ਘਾਟਾ ਦੇਖੋ, ਬਿਜ਼ਨਸ ਦੇ ਵਿੱਚ ਦੋ ਚੀਜ਼ਾਂ ਦੀ ਬਿਜ਼ਨਸ ਕਰਦਾ, ਜੇ ਘਾਟਾ ਪੈ ਜਾਏ, ਲਾਭ ਔਰ ਹਾਨੀ ਦੋ ਨੇ, ਰਸਤਾ ਦੇ ਕੋਈ ਹੈ। ਉਸੇ ਬਿਜ਼ਨਸ ਦੇ ਵਿੱਚ ਘਾਟਾ ਹੈ, ਉਸੇ ਦੇ ਵਿੱਚ ਲਾਭ ਹੈ। ਬਿਜ਼ਨਸ ਇੱਕ ਹੈ, ਰਸਤੇ ਦੋ ਨੇ। ਜੇ ਘਾਟੇ ਵਾਲਾ ਕੰਮ ਕਰੂਗਾ ਘਾਟਾ ਪੈ ਜਾਊਗਾ। ਦੱਸਿਆ ਹੋਇਆ ਵੀ ਤੈਨੂੰ ਘਾਟਾ ਇਸ ਤਰੀਕੇ ਨਾਲ ਘਾਟਾ ਪੈ ਜਾਊਗਾ
ਅਬਰ ਉਪਾਵ ਜੇ ਨਾ ਵਿਸਾਰੇ ਫਿਰ ਦੋਏ ਹੱਥ ਝਾੜ ਕੇ ਜਾਊਗਾ ਜੋਹਰੀਆ। ਅਬਰ ਉਪਾਵ ਸਭ ਨੀਤ ਵਿਸਾਰੋ। ਅਬਰ ਉਪਾਵ ਕੀ ਨੇ? ਅਬਰ ਉਪਾਵ ਨੇ ਹੁਕਮ ਦਾ ਵਿਰੋਧ ਕਰਨਾ। ਸਾਰੇ ਅਬਰ ਉਪਾਵ ਨੇ ਕਹਿੰਦੇ ਬਈ ਆ ਤੇਰੇ ਤੇ ਮੁਸੀਬਤ ਆਉਣ ਵਾਲੀ ਹੈ, ਇਹਦਾ ਉਪਾਅ ਕਰ ਲੈ। ਇਹ ਆ ਗਈ, ਪਤਾ ਲੱਗ ਗਿਆ, ਇਹਦਾ ਉਪਾਅ ਕਰ ਲੈ। ਜਿਵੇਂ ਮਰੇ ਦੇ ਬਾਅਦ ਭੋਗ ਪਾਉਣੇ ਆ, ਉਹ ਉਪਾਅ ਕਰਦੇ ਆ ਵੀ ਉਹਦੀ ਆਤਮਾ ਨੂੰ ਹੁਣ ਸ਼ਾਂਤੀ ਹੋ ਜਾਵੇ। ਪਿੱਛੋਂ ਉਪਾਅ ਕਰਦੇ ਆ ਅਸੀਂ, ਉਹਨਾਂ ਨੇ ਸਾਰੀ ਜ਼ਿੰਦਗੀ ਕੀਤਾ ਉਪਾਅ, ਉਹਨਾਂ ਨੇ ਕੀਤਾ। ਆਹ ਕਰਨਾ ਸੀ ਉਹਨੇ ਤਾਂ ਕੀਤਾ ਨਹੀਂ, ਅਸੀਂ ਉਪਾਅ ਕਰਨ ਲੱਗੇ ਉਹਦੇ। ਇਹ ਵਿਸਾਰ ਤੋਂ ਇਹਦੇ ਨਾਲ ਕੁਝ ਨਹੀਂ ਹੋਣਾ ਹੈਗਾ। ਅਬਰ ਉਪਾਵ ਸਭ ਨੀਤ ਵਿਸਾਰੋ। ਔਰ ਜਿਨ੍ਹਾਂ ਨੂੰ ਕਿਹਾ ਵਿਸਾਰ ਨੂੰ, ਉਹਨਾਂ ਨੂੰ ਮੀਤ ਕਿਹਾ। ਇੱਕ ਮਿੱਤਰ ਨੂੰ ਰਾਏ ਵਧੀਆ ਦਿੰਦਾ ਹੁੰਦਾ। ਜਿਹੜੇ ਸਾਡੀ ਗੱਲ ਮੰਨ ਲੈਣਗੇ ਉਹ ਮਿੱਤਰ ਨੇ, ਜਿਹੜੇ ਨਹੀਂ ਮੰਨਣਗੇ ਉਹ ਨਹੀਂ ਮਿੱਤਰ। ਕਿਉਂ ਮਿੱਤਰ ਕਿਉਂ ਨਹੀਂ ਬਈ? ਉਹ ਕਹਿੰਦੇ ਨਹੀਂ ਮਿੱਤਰ, ਕਿਉਂਕਿ ਇੱਕ ਸ਼ਰਤ ਲਾਈ ਸੀ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਜਿਹੜਾ ਸਾਤੋਂ ਵਿਰੋਧ ਦੀ ਗੱਲ ਕਰਦਾ ਉਹਨੂੰ ਮਿੱਤਰ ਕਿਵੇਂ ਕਹਦੀ? ਪੜ੍ਹਾਈ ਤਾਂ ਉੱਠੀ ਪੜਾਉਂਦਾ, ਉੱਠੀ ਪੜ੍ਹਾਈ ਪੜਾਉਂਦਾ। ਜਿਹੜਾ ਰਸਤਾ ਕਹਿੰਦਾ ਇਹਨੂੰ ਨਾ ਜਾਓ, ਇਹਨੂੰ ਜਾਓ ਲੋਕਾਂ ਨੂੰ, ਉਹਨੂੰ ਮੀਤ ਕਿਵੇਂ ਕਹਦੀ? ਮਿੱਤਰ ਉਹ ਹੁੰਦਾ ਜਿਹੜਾ ਚੱਲਦਿਆਂ ਨਾਲ ਚੱਲਣ। ਸੱਜਣ ਉਹ ਹੁੰਦਾ ਜਿਹੜਾ ਚੱਲਦਿਆਂ ਨਾਲ ਚੱਲੇ, ਉਸੇ ਰਸਤੇ ਚੱਲੇ ਜਿਹੜੇ ਰਸਤੇ ਆਪਾਂ ਚੱਲੀਏ। ਜਿਹੜਾ ਵਿਰੋਧ ਦਾ ਰਸਤਾ ਹੋਵੇ ਉਹਨੂੰ ਮਿੱਤਰ ਨਹੀਂ ਕਹਿ ਸਕਦੇ। ਵਿਰੋਧ ਵਾਲੇ ਨਾਲ ਐਕਸੀਡੈਂਟ ਹੁੰਦਾ ਹਮੇਸ਼ਾ, ਟਕਰਾਇਆ ਵਿਰੋਧ ਵਾਲੇ ਨਾਲ ਹੁੰਦਾ। ਇੱਕ ਗੱਡੀ ਉਧਰੋਂ ਆਉਂਦੀ, ਇੱਕ ਉਧਰੋਂ ਆਉਂਦੀ ਹੈ, ਜੇ ਟੱਕਰ ਹੋ ਜਾ ਉਹਨਾਂ ਦੀ ਹੋਣੀ। ਇੱਕੋ ਲਾਈਨ ਜਾਂਦੇ, ਗੱਡੀ ਦੀ ਟੱਕਰ ਦੀ ਦੂਜੀ ਹੁੰਦੀ, ਉਹ ਤਾਂ ਹੁੰਦੀ ਹੈ ਜੇ ਕੋਈ ਬ੍ਰੇਕ ਮਾਰਦੇ ਪਿੱਛੋਂ ਲੱਗੇ। ਹਾਂਜੀ, ਅਬਰ ਉਪਾਵ ਸਭ ਮੀਤ ਮੀਤ ਵਿਸਾਰੋ। ਚਰਨ ਕਮਲ ਰਿਦ ਮੈਂ ਉਰ ਧਾਰੋ। ਚਰਨ ਕਮਲ ਰਿਦ ਮੈਂ, ਚਰਨ ਕਮਲ ਰਿਦ ਮੈਂ, ਇੱਥੇ ਕਮਲ ਜਿਹੜੇ ਚਰਨ ਕਮਲ ਨੇ ਹਿਰਦੇ ਦੇ ਵਿੱਚ ਕੱਲ ਆ। ਚਰਨ ਕਮਲ ਦਾ ਬਾਹਰ ਦੇਖੋ, ਇਹਨਾਂ ਪੈਰਾਂ ਨੂੰ ਚਰਨ ਕਮਲ ਨਹੀਂ ਕਹਿ ਸਕਦੇ। ਹੁਣ ਜੇ ਰਿਦਮਾ ਦੇ ਉੱਤੇ ਕੌਮਾ ਲਾਵਾਂਗੇ ਤਾਂ ਚਰਨ ਬਾਹਰਲੇ ਨਹੀਂ ਆ ਸਕਦੇ। ਕੌਮੇ ਲਾਉਣ 'ਚ ਫਰਕ ਪਿਆ ਹੋਇਆ, ਸਾਰਾ ਪਾਠ ਕਰਨ 'ਚ ਫਰਕ ਪਿਆ ਹੋਇਆ। ਇਹੀ ਸੰਥਿਆ ਸੀ। ਚਰਨ ਕਮਲ ਰਿਦਮਾ, ਚਰਨ ਕਮਲ ਕਿਹੜੇ? ਜਿਹੜੇ ਹਿਰਦੇ ਵਿੱਚ ਉਰ ਧਾਰੋ। ਉਹਨਾਂ ਨੂੰ ਹਿਰਦੇ 'ਚ ਧਾਰਨ ਰੱਖੋ, ਬਾਹਰ ਨਾ ਲਿਓ। ਜਿਹੜੇ ਗੁਣ ਹਿਰਦੇ ਦੇ ਵਿੱਚ ਨੇ ਉਹ ਗੁਣਾਂ ਨੂੰ ਬਾਹਰ ਉਹਨਾਂ ਦਾ ਪ੍ਰਦਰਸ਼ਨ ਨਹੀਂ ਕਰੀਦਾ ਹੁੰਦਾ। ਉਹ ਉਰ ਧਾਰੋ, ਉਹਦੇ ਵਿੱਚ ਧਾਰਨ ਕਰਕੇ ਉਹ ਦਿਖਾਵਾ ਨਹੀਂ ਕਰੀਦਾ। ਉਹਨਾਂ ਦਾ ਕਹਿਣ ਦਾ ਮਤਲਬ ਦਿਖਾਵਾ, ਮੈਂ ਬੜਾ ਦਿਆਲੂ ਹਾਂ, ਦਿਖਾਵਾ ਕਰਨ ਦੀ ਲੋੜ ਨਹੀਂ। ਚਰਨ ਕਮਲ ਰਿਦਮਾ ਉਰ ਧਾਰੋ। ਉਰ ਧਾਰੋ, ਉਹਦੇ ਵਿੱਚ ਧਾਰਨ ਕਰਕੇ ਰੱਖੋ। ਕਿਤੇ ਹੈਗੇ ਉੱਥੇ ਹੀ ਰਹਿਣ ਦੋ ਉਹਨਾਂ ਨੂੰ। ਯਾਨੀ ਜਿਹੜੇ ਲੋਕ ਦਿਖਾਵਾ ਕਰਦੇ ਨੇ, ਉਹ ਦਿਖਾਵਾ ਜਿਹੜਾ ਹੁੰਦਾ ਉਹਦਾ ਮਤਲਬ ਹੈ ਵੀ ਦਿਖਾਵੇ ਦੇ ਵਿੱਚ ਉਹ ਐਂ ਕਹਾਉਣਾ, ਉਹਨਾਂ ਨੂੰ ਉਸਤਤੀ ਦੀ ਇੱਛਾ ਹੁੰਦੀ ਹੈ। ਮੇਰੀ ਵਡਿਆਈ ਹੋਵੇ, ਮੈਨੂੰ ਲੋਕ ਧਾਰਮਿਕ ਕਹਿਣ, ਉਹ ਜੇ ਇੱਛਾ ਪੈਦਾ ਹੋ ਜਾਂਦੀ। ਉਹ ਫਿਰ ਦੁਨੀਆ ਦੀ ਜਿਹੜੀ ਵਡਿਆਈ ਹੈ ਇਹ ਬੜਾ ਨੁਕਸਾਨ ਕਰਦੀ ਹੈ। ਦੁਨੀਆ ਕਿਆਂ ਵਡਿਆਈਆਂ ਇਹਨੇ ਜਗ ਜਾਲਿਆ, ਦਿੱਤਾ ਨਾਮ ਵਿਸਾਰ। ਨਾਮ ਨੂੰ ਵਿਸਾਰ ਨਾ ਭੁੱਲ ਜੂਗਾ, ਧਿਆਨ ਆਪਣੀ ਵਡਿਆਈ ਵੱਲ ਚਲਿਆ ਜਾਊਗਾ। ਕਾਰ ਸੇਵਾ ਵਾਲੇ ਕਾਰ ਸੇਵਾ ਦੇ ਤੇਰੇ ਦੀ, ਦੇ ਤੇਰੇ ਦੀ, ਗੁਰਦੁਆਰਾ ਦਾ ਘੇਰਾ ਜਿਉਂ ਬਣਨ ਲੱਗੇ ਨੇ ਨਾਮ ਵਿਸਰ ਗਿਆ। ਆਪਸ ਵਿੱਚ ਹੀ ਕੰਪੀਟੀਸ਼ਨ ਹੋ ਗਿਆ ਸੰਤਾਂ ਦਾ ਹੀ। ਆਪਸ ਵਿੱਚ ਝਗੜੇ ਵੀ ਨੇ। ਗੁਰਦੁਆਰਾ ਮੈਂ ਬਣਾਉਣਾ, ਕਹਿੰਦਾ ਮੈਂ ਬਣਾਉਣਾ, ਇਹ ਵੀ ਝਗੜੇ ਦਾ ਵਿਸ਼ਾ। ਨਾਮ ਵਿਸਰਿਆ ਹੋਇਆ ਨਾ। ਔਰ ਉਹ ਜਿਹੜੇ ਚਰਨ ਕਮਲ ਹਿਰਦੇ ਤੇ ਬਾਹਰ ਪ੍ਰਗਟ ਕਰਦੇ, ਪੱਥਰ ਲਾ ਕੇ
ਟੈਂਡਰ ਹੁੰਦਾ ਹੁਣ ਤਾਂ ਕਰ ਸਕਦਾ ਹਾਂ ਟੈਂਡਰ ਜਿਹੜੇ ਹੁੰਦਾ ਵੱਧ ਪੈਸੇ ਉਹੀ ਗੱਲ ਹੈ ਨਾ ਟੈਂਡਰ ਹੁੰਦਾ ਹੁਣ ਤਾਂ ਹਾਂ ਉਹ ਹਿਰਦੇ ਤੋਂ ਬਾਹਰ ਲਿਆਂਦੇ ਗੁਣ ਉਹ ਬਾਹਰ ਆ ਗਏ ਨਾ ਪ੍ਰਦਰਸ਼ਨ ਹੋ ਗਿਆ ਵਧੀਆ ਪੱਥਰ ਲਾਇਆ ਸੀ ਉਹ ਲਾਇਆ ਸੀ ਸੋਨਾ ਚਾੜਿਆ ਦੇਖੋ ਸਾਡਾ ਅਸੀਂ ਆਹ ਬਣਾਤਾ ਇਹਨੇ ਆਹ ਬਣਾਇਆ ਉਹ ਬਾਹਰ ਆ ਗਏ ਗੁਣ ਹੁਣ ਬਾਹਰ ਆ ਕੇ ਮੈਦਾਨ 'ਚ ਲੜਾਈ ਸ਼ੁਰੂ ਹੋ ਗਈ ਕੰਪੀਟੀਸ਼ਨ ਸ਼ੁਰੂ ਹੋ ਗਿਆ ਇਹ ਕੰਪੀਟੀਸ਼ਨ ਤਾਂ ਨਹੀਂ ਹੈ ਜਿਹੜਾ ਧਰਮ ਹੈ ਕੰਪੀਟੀਸ਼ਨ ਦਾ ਵਿਸ਼ਾ ਨਹੀਂ ਹੈ ਹਾਂ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਕਤ ਕਾਰਨ ਸੋ ਪ੍ਰਭੂ ਸਮਰੱਥ ਕਾਰਨ ਦੇ ਵਿੱਚ ਤਾਂ ਅਸਲ ਚ ਪ੍ਰਭੂ ਹੈ ਹੁਕਮ ਹੈ ਕਾਰਨ ਪ੍ਰਭੂ ਲਫ਼ਜ਼ ਆਇਆ ਪ੍ਰਭ ਨਹੀਂ ਆਇਆ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਕਤ ਸੋ ਪ੍ਰਭ ਆਇਆ ਸਮਰੱਥ ਨਾਲ ਇੱਥੇ ਸੋ ਲਾ ਗਿਆ ਨਾ ਜਿਹੜਾ ਇੱਕ ਤਾਂ ਬੋਲ ਹੀ ਰਿਹਾ ਹਾਂ ਆ ਜਿਹੜਾ ਪਹਿਲਾ ਪ੍ਰਭ ਆ ਉਹ ਤਾਂ ਬੋਲ ਹੀ ਰਿਹਾ ਉਹ ਆਪਣੇ ਪ੍ਰਭ ਨੂੰ ਕਹਿ ਰਿਹਾ ਹਾਂ ਉਹ ਅੱਗੇ ਆਪਣੇ ਪ੍ਰਭੂ ਨੂੰ ਕਹਿ ਰਿਹਾ ਹਾਂ ਕਾਰਨ ਸੋ ਪ੍ਰਭੂ ਸਮਰੱਥ ਸੋ ਪ੍ਰਭੂ ਕਿਹਾ ਨਾ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਕਤ ਦ੍ਰਿੜ ਕਰ ਗਹੋ ਨਾਮ ਹਰ ਵਕਤ ਕਾਰਨ ਦੇ ਵਿੱਚ ਆਦਮੀ ਕੁਛ ਨਹੀਂ ਹੈ ਆਦਮੀ ਕਹੇ ਕੁਛ ਮੈਂ ਕਰ ਸਕਦਾ ਉਹ ਸਮਰੱਥ ਨਹੀਂ ਹੈਗਾ ਮੈਂ ਕਿਸੇ ਨੂੰ ਦੱਸ ਸਕਦਾ ਮਨਾ ਨਹੀਂ ਸਕਦਾ ਦੱਸ ਸਕਦਾ ਪੜ੍ਹਾ ਸਕਦਾ ਸਮਝਾ ਨਹੀਂ ਸਕਦਾ ਪੜ੍ਹਾਉਣ ਔਰ ਸਮਝਾਉਣ 'ਚ ਫਰਕ ਹੈ ਪੜ੍ਹਾ ਤਾਂ ਸਕਦਾ ਟੀਚਰ ਸਮਝਾ ਨਹੀਂ ਸਕਦਾ ਸਮਝਣਾ ਉਹਨੇ ਆਪ ਜੇ ਸਾਰਿਆਂ ਨੂੰ ਸਮਝਾ ਸਕਦਾ ਹੋਵੇ ਸਾਰੇ ਇੱਕੋ ਜਿਹੇ ਨੰਬਰਾਂ ਤੇ ਪਾਸ ਹੋ ਜਾਣ ਫਿਰ ਤਾਂ ਸਾਰੇ ਇੱਕੋ ਜਿਹੇ ਨੰਬਰਾਂ ਤੇ ਪਾਸ ਹੋ ਜਾਣ ਪੜ੍ਹਾ ਤਾਂ ਸਕਦਾ ਸਮਝਾ ਨਹੀਂ ਸਕਦਾ ਸਮਝਣਾ ਉਹਨੇ ਆਪ ਹੈ ਉਹਦੀ ਬੁੱਧੀ ਦੇ ਲੈਵਲ ਨੇ ਸਮਝਣਾ ਜਾਂ ਉਹਦੀ ਦਿਲਚਸਪੀ ਨੇ ਸਮਝਣਾ ਉਹ ਟੀਚਰ ਦੇ ਬਸ ਦੀ ਗੱਲ ਨਹੀਂ ਪੜ੍ਹਾ ਸਕਦਾ ਸਾਰਿਆਂ ਨੂੰ ਸਮਝਾ ਨਹੀਂ ਸਕਦਾ ਹਾਂਜੀ ਕਾਰਨ ਸੋ ਪ੍ਰਭੂ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਪੱਥ ਕਾਰਨ ਸੋ ਪ੍ਰਭੂ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਪੱਥ ਇਸ ਕਰਕੇ ਜਿਹੜੀ ਨਾਮ ਦੀ ਵਸਤੂ ਤੁਸੀਂ ਦ੍ਰਿੜ ਕਰਕੇ ਫੜਨੀ ਹੈ ਜਿਹਨੇ ਉਹ ਸੁਣਦਾ ਉਹਨੇ ਦ੍ਰਿੜ ਕਰਨਾ ਫੜਨੀ ਹੈ ਤਾਂ ਉਹਦੇ ਕੋਲ ਰਹਿਣੀ ਹੈ ਮੀਤ ਨੂੰ ਗਿਆ ਹਾਂ ਜਿਹੜਾ ਸਿੱਖ ਹੈ ਉਹਨੇ ਫੜਨੀ ਹੈ ਗੱਲ ਸਿੱਖਿਆ ਸਿੱਖ ਨੇ ਦ੍ਰਿੜ ਕਰਨੀ ਹੈ ਉਸੇ ਨੇ ਫੜਨੀ ਹੈ ਯਾਦ ਰੱਖਣੀ ਨਾਮ ਹਰ ਵਕਤ ਨਾਮ ਗਿਆਨ ਹੈ ਨਾ ਗੁਰਬਾਣੀ ਦਾ ਗਿਆਨ ਹੈ ਦੇਖੋ ਨਾਮ ਗੁਰਬਾਣੀ ਦਾ ਆ ਜਿਹੜੀਆਂ ਨਾ ਗੁਰਬਾਣੀ ਨੂੰ ਯਾਦ ਨਹੀਂ ਕਰਨਾ ਇੱਥੇ ਹੈ ਜ਼ੁਬਾਨੀ ਯਾਦ ਨਹੀਂ ਕਰਨਾ ਹੈ ਇਹ ਤਾਂ ਜਿਹੜੀ ਨਾਮ ਵਸਤੂ ਪਾਈ ਹੈ ਉਹ ਦ੍ਰਿੜ ਕਰ ਲੈਣੀ ਹੈ ਫੜ ਲੈਣੀ ਹੈ ਸਮਝ ਫੜ ਲੈਣੀ ਹੈ ਗੁਰਬਾਣੀ ਦੀ ਸਮਝ ਫੜ ਲੈਣੀ ਹੈ ਇਹ ਪਾਠ ਜ਼ਬਾਨੀ ਯਾਦ ਕਰਨ ਦੀ ਲੋੜ ਨਹੀਂ ਜਿਨ੍ਹਾਂ ਦੇ ਸਾਰਾ ਪਾਠ ਜ਼ਬਾਨੀ ਯਾਦ ਹੈ ਕਈਆਂ ਦੇ ਗੁਰੂ ਗ੍ਰੰਥ ਸਾਹਿਬ ਵੀ ਯਾਦ ਹੈ ਜਿਹੜੇ ਪਾਠ ਕਰਦੇ ਰਹਿੰਦੇ ਨੇ ਉਹਨਾਂ ਨੂੰ ਇੱਕ ਪੰਕਤੀ ਦਾ ਅਰਥਾਂ ਦਾ ਪਤਾ ਨਹੀਂ ਹੈ ਉਹਨਾਂ ਨੇ ਨਾਮ ਹਰ ਵਕਤ ਨਹੀਂ ਫੜੀ ਪਾਠ ਪੜ ਲਿਆ ਫੜਨਾ ਕੀ ਸੀ ਫੜਨੀ ਸੀ ਸਮਝ ਜਿਹੜਾ ਹਰਨਾਮ ਸਮਾਇਆ ਸੀ ਉਹ ਬਣਨਾ ਖਾਣਾ ਸੀ ਮੱਖਣ ਚੋਂ ਲੱਸੀ ਕੱਢ ਕੇ ਉਹਨਾਂ ਨੇ ਲੱਸੀ ਸਾਨੇ ਸਭ ਕੁਝ ਯਾਦ ਕਰ ਲਿਆ ਫੜਿਆ ਕੁਝ ਵੀ ਨਹੀਂ ਉਹ ਕਹਿੰਦਾ ਇੱਕ ਅੱਖਰ ਸਾਨੂੰ ਦੱਸ ਦਿਓ ਪੂਰੇ ਤੇ ਅਧਿਕ ਪੰਕਤੀ ਫੇਰ ਦੇਖੋ ਪੂਰੇ ਦਾ ਪੂਰਾ ਵਰਕਾ ਤੁਹਾਨੂੰ ਸੁਣਾ ਦਿੰਦੇ ਫਿਰ ਮੂੰਹ ਜ਼ਬਾਨੀ ਸੁਣਾ ਦਿੰਦੇ ਪਾਠ ਕੰਪੀਟੀਸ਼ਨ ਕਾਹਦਾ ਜ਼ਬਾਨੀ ਪਾਠ ਕੰਠ ਕਰਨਾ ਤੇ ਕੋਈ ਸ਼ਰਾਰਤੀ ਆਦਮੀ ਦਾ ਕੰਮ ਨਹੀਂ ਬਾਣੀ ਕੰਠ ਮੁਕਾਬਲੇ ਸ਼ਰਾਰਤੀ ਆਦਮੀਆਂ ਦੇ ਕੰਮ ਨੇ ਆ ਦ੍ਰਿੜ ਕਰ ਕਹੋ ਨਾਮ ਹਰ ਬਾਤ ਛਡਾਤਾ ਉਹ ਲਾਤਾ ਉਧਰ ਅਜੇ ਵੀ ਨਹੀਂ ਹਟਦੇ ਜਦ ਆ ਉਹਨਾਂ ਤੇ ਹਮਲਾ ਹੋਇਆ ਨਾ ਹੁਣ ਉਹਨਾਂ ਨੇ ਹੋਰ ਕੱਢੇ ਨੇ ਟੈਕਨੀਕਾਂ ਨਵੀਆਂ ਇਹ ਜਿਹੜੇ ਵੀਣੇ ਸੀ ਨਾ ਇਹ ਉਹਨਾਂ ਦੀ ਔਲਾਦ ਹੈ ਜਿਹੜੀਆਂ ਨਵੀਆਂ ਟੈਕਨੀਕਾਂ ਕੱਢਦੇ ਨੇ ਲੋਕਾਂ ਨੂੰ ਕਿਵੇਂ ਵਰਗ ਲਾ ਕੇ ਅਸੀਂ ਦੂਏ ਪਾਸੇ ਰੱਖਣਾ ਦ੍ਰਿੜ ਕਰ ਗਹੋ ਨਾਮ ਹਰ ਵਕਤ ਦ੍ਰਿੜ ਕਰਕੇ ਦ੍ਰਿੜ ਕਰਦੀ ਸੀ ਫੜਨੀ ਸੀ ਪਕੜ ਕੇ ਲਿਆਉਣਾ ਦਾ ਗੁਰਬਾਣੀ ਕਹਿੰਦੀ ਕੀ ਹੈ
ਬਾਕੀ ਲੋੜ ਨਹੀਂ ਹੈ ਸਾਨੂੰ। ਕੀ ਕਹਿੰਦੀ ਹੈ, ਕੀ ਕਰਨਾ, ਬਸ ਉਹ ਕਰਨਾ ਕੀ ਹੈ। ਅਸੀਂ ਗੁਰਬਾਣੀ ਸਮਝ ਲੈਣੀ ਹੈ, ਸਮਝ ਜਿਹੜੀ ਹੈ ਉਹ ਆਪਣੇ ਕੋਲ ਰੱਖਣੀ, ਸਮਝ ਜੋ ਲਿਆ ਉਹਨੂੰ ਨਹੀਂ ਭੁੱਲਣਾ। ਹਾਂਜੀ, ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ। ਇਹ ਤਨ ਸੰਚੋ, ਇਹ ਤਨ ਜਿਨ੍ਹਾਂ ਨੇ ਇਕੱਠਾ ਕਰ ਲਿਆ ਨਾ, ਜਮਾ ਕਰ ਲਿਆ, ਹੋਵੋ ਭਗਵੰਤ। ਆ ਭਗਵੰਤ ਲਫ਼ਜ਼ ਆ ਗਿਆ, ਆਦਮੀ ਵਾਸਤੇ ਆ ਗਿਆ। ਭਗਵੰਤ ਔਰ ਭਗਵਾਨ 'ਚ ਕੋਈ ਫਰਕ ਨਹੀਂ ਹੈ। ਭਗਵੰਤ ਔਰ ਭਗਵਾਨ ਇੱਕੋ ਹੀ ਲਫ਼ਜ਼ ਨੇ, ਇੱਕੋ ਹੀ ਆਦਮੀ ਦੇ ਨਾਮ ਨੇ। ਸੋ ਮੂਰਤ ਭਗਵਾਨ ਵੀ ਆਇਆ ਹੋਇਆ ਹੈ ਨਵੇਂ ਪਾਤਸ਼ਾਹ ਦਾ। ਉਹ ਨਾਨਕ ਸੁਣ ਰਹੇ ਮਨਾ ਸੋ ਮੂਰਤ ਭਗਵਾਨ। ਭਗਵਾਨ ਦੇਖੋ ਜਾ ਕਹਿ ਭਗਵੰਤ ਕੀ ਟਹਿਲ, ਉਹ ਕਿਹਦੀ ਟਹਿਲ ਹੈ? ਭਗਵੰਤ ਭਗਵੰਤ ਔਰ ਭਗਵਾਨ ਇੱਕੋ ਹੀ ਆਦਮੀ ਦੇ ਨਾਮ ਨੇ। ਤੇ ਇਹਦਾ ਮਤਲਬ ਹੈ ਜੋ ਬੰਦਾ ਹੈ ਉਹ ਖੁਦੇ ਭਗਵੰਤ ਹੈ, ਖੁਦੇ ਭਗਵਾਨ। ਭਗਵਾਨ ਦਾ ਮਤਲਬ ਭਾਗਿਆਵਾਨ, ਭਾਗਾਂ ਵਾਲਾ। ਭਗਵਾਨ ਪਰਮੇਸ਼ਰ ਨੂੰ ਕਹਿੰਦੇ ਹੀ ਨਹੀਂ, ਇਸ ਕਰਕੇ ਆਦਮੀ ਨੂੰ ਭਗਵੰਤ ਕਹਿੰਦੇ ਨੇ, ਆਦਮੀ ਨੂੰ ਭਗਵਾਨ ਕਹਿੰਦੇ ਨੇ। ਜਿਹਨੇ ਨਾਮ ਧਨ ਇਕੱਠਾ ਕਰ ਲਿਆ ਉਹ ਭਗਵੰਤ ਹੁੰਦਾ। ਇਹਦੇ ਵਿੱਚੋਂ ਜਿਹੜੇ 24 ਅਵਤਾਰਾਂ ਚੋਂ 10 ਅਵਤਾਰਾਂ ਨੇ ਨਾਮ ਇਕੱਠਾ ਕੀਤਾ, ਮੰਨਿਆ ਹੋਇਆ, 14 ਨੇ ਕੀਤਾ ਹੀ ਨਹੀਂ। 24 ਦੇ ਵਿੱਚੋਂ 10 ਅਵਤਾਰ ਤਾਂ ਜਿਹੜੇ ਨੇ ਦਸਮ ਪਾਤਸ਼ਾਹ ਨੇ ਮੰਨ ਲਏ, ਠੀਕ ਨੇ, 14 ਰਿਜੈਕਟ ਕਰਤੇ, ਉਹ ਭਗਵੰਤ ਨੇ। ਉਹਨਾਂ ਦਾ ਇਹਦਾ ਮਤਲਬ ਇਹ ਨਹੀਂ ਵੀ ਹੋਰ ਹੋਏ ਨਹੀਂ, ਉਹਨਾਂ 24 ਦੀ ਗੱਲ ਹੈ ਸਿਰਫ। ਜਦੋਂ 24 ਆਏ ਨੇ ਉਹਨਾਂ ਦੀ ਗੱਲ ਹੈ ਸਿਰਫ 24 ਦੀ। ਇਹ ਸਾਰੇ ਭਗਤ ਜਿਹੜੇ ਨੇ ਜਿਨ੍ਹਾਂ ਦੀ ਬਾਣੀ ਹੈ ਸਾਰੇ ਭਗਵੰਤ ਨੇ। ਉਹਨਾਂ ਨੇ ਸਿਰਫ, ਉਹਨਾਂ ਨੇ ਭਗਵੰਤ ਨਹੀਂ ਸੀ ਮੰਨਿਆ ਅਸਲ ਦੇ ਵਿੱਚ, ਉਹਨਾਂ ਨੂੰ ਅਵਤਾਰਾਂ ਦੀ ਲੋੜ ਨਹੀਂ ਸੀ। ਉਹਨਾਂ ਨੇ ਤਾਂ 14 ਡੁਪਲੀਕੇਟ ਜਿਹੜੇ ਅਵਤਾਰ ਪਾਏ ਨੇ ਵਿਦਵਾਨਾਂ ਨੇ, ਇਹਨਾਂ ਨੇ ਉਹਦੇ ਕਰਕੇ 24 ਬਣਾਏ ਨੇ। ਕਿਉਂਕਿ 14 ਉਹਨਾਂ ਨੇ ਜਲ ਹੀ ਬਣਾ ਲਏ, 14 ਦਾ ਰਾਜ ਹੋ ਗਿਆ, 10 ਗਾਇਬ ਕਰਤੇ। ਦੇਖੋ 14 ਵੋਟਾਂ ਇੱਕ ਧੜੇ ਦੀਆਂ ਨੇ, 10 ਇੱਕ ਦੀਆਂ ਨੇ। ਹੁਣ 14 ਵਾਲੇ ਦਾ ਪ੍ਰਚਾਰ ਹੋ ਰਿਹਾ, 10 ਵਾਲੇ ਦਾ ਹੋ ਹੀ ਨਹੀਂ ਰਿਹਾ। 10 ਵਾਲੇ ਨੂੰ ਜਾਣਦਾ ਹੀ ਨਹੀਂ ਕੋਈ, 10 ਵਾਲੇ ਨੂੰ ਜਾਣਦਾ ਹੀ ਨਹੀਂ, ਉਹਦੀ ਗੱਲ ਨਹੀਂ ਕਰਦਾ ਕੋਈ, ਉਹਦੀ ਗੱਲ ਨਹੀਂ ਕਰਦਾ। ਹੈ ਨਾਲੇ ਉਹਨਾਂ ਦਾ ਹੀ ਹੈ, ਉਹਨਾਂ ਦਾ ਹੈ 24 ਉਹਨਾਂ ਦਾ। 10 ਦੀ ਗੱਲ ਨਹੀਂ ਕਰਦਾ, ਗੱਲੇ 2 ਦੀ ਕਰਦਾ ਹੈ। ਉਹਦਾ 2 ਦੀ ਲੱਗੇ ਕਰਨਾ ਜੇ 2 ਦੀ ਕਰਦਾ, ਕ੍ਰਿਸ਼ਨ ਦੀ, ਰਾਮ ਦੀ। ਉਹ 24 ਚ ਹੈ ਨਹੀਂ, ਉਹ 24 ਚ ਹੈ ਨਹੀਂ। ਨਹੀਂ 24 ਦਾ ਹੈ ਰਾਮ ਹੈ ਸਹੀ, ਪਰ ਉਹ ਰਿਜੈਕਟ ਹੋਏ 14 ਚ। ਉਹ ਨਾ 14 ਵਿੱਚ ਨੇ ਜਿਹਨਾਂ ਨੂੰ ਰਾਜੇ ਕਿਹਾ ਹੋਇਆ, ਗਾਵੇਂ ਕਰ ਅਵਤਾਰੀ, ਜੁਗੇ ਜੁਗੇ ਕੇ ਰਾਜੇ, ਗਾਵੇਂ ਕਰ ਅਵਤਾਰੀ ਉਹਨਾਂ ਚ ਨੇ। ਫਿਰ ਉਹ ਕਹਿੰਦੇ ਨੇ ਵੀ 24 ਜਿਹੜੇ ਨੇ ਅਵਤਾਰਾਂ ਤੋਂ ਬਿਨਾਂ ਅਸੀਂ ਪੂਜਾ ਨਹੀਂ ਕਰ ਸਕਦੇ। ਪੂਜਾ ਤਾਂ ਗਣੇਸ਼ ਦੀ ਵੀ ਕਰਦੇ ਨੇ, ਉਹ ਹੈ ਹੀ ਨਹੀਂ 24 ਚ। ਹੁਣ ਪੁੱਛੇ ਗਣੇਸ਼ ਦੀ ਪੂਜਾ ਕਿਉਂ ਕਰਦੇ ਹੋ? ਦਸਮ ਪਾਤਸ਼ਾਹ ਨੇ ਕਹੀ ਸੀ ਇਹ ਗੱਲ, ਜਿਹੜੀ ਇਹ ਕਹਿੰਦਾ, ਜਿਹੜਾ ਅੱਜ ਕਹਿ ਰਿਹਾ ਸ਼ੰਕਰਾਚਾਰੀਆ, ਦਸਮ ਪਾਤਸ਼ਾਹ ਨੇ ਕਹੀ ਸੀ, ਉਹਦੀ ਗੱਲ ਨਹੀਂ ਮੰਨੀ। ਮੈਂ ਨਾ ਗਣੇਸ਼ ਪ੍ਰਥਮ ਨਾ ਕਿਸ਼ਨ ਵਿਸ਼ਨ ਕਾ ਬੋ ਨਾ ਧਿਆਉ। ਕ੍ਰਿਸ਼ਨ ਗਣੇਸ਼ ਇਹ ਇਕੱਠੇ ਸੀ, ਨਹੀਂ ਸੀ ਇਹ ਧਿਆਉਣਾ, ਤੇ ਇਹਨਾਂ ਦਾ ਉਦੋਂ ਕਾਹਤੇ ਨਾ ਮੰਨੀ। ਤੇ ਹੁਣ ਤਾਂ ਫਿਰ ਹੋਰ ਆਉਣ ਗਈ ਸਾਰੇ ਹੀ। ਜੇ ਤੁਸੀਂ ਗਣੇਸ਼ ਦੀ ਪੂਜਾ ਕਰ ਸਕਦੇ ਹੋ ਤਾਂ ਸਾਈਂ ਬਾਬੇ ਦੀ ਹੋਊ, ਪਤਾ ਨਹੀਂ ਹੋਰ ਕਿੰਨੇ ਕਾ ਜਾਣਗੇ। ਹੁਣ 33 ਕਰੋੜ ਤੁਹਾਡਾ ਦੇਵਤਾ ਹੈ, ਇੱਧਰ ਦੀ ਕਿਤੇ ਪੂਜਾ ਨਹੀਂ ਹੁੰਦੀ। ਸ਼ਨੀ ਕਿਹੜਾ ਦੇਵਤਾ? ਸ਼ਨੀ ਦੀ ਪੂਜਾ ਕਰਦੇ ਨੇ, ਉਹ ਕੌਣ? ਹੁਣ ਇਹਨਾਂ ਦਾ ਯਾਨੀ ਅਸਲ 'ਚ ਲੋਕ ਗਏ ਪੜ ਖੋਜ ਕਰਨ ਲੱਗੇ, ਪਿਕਚਰਾਂ ਬਣ ਗਈਆਂ ਸਾਰੀ ਸਟੇਟ। ਇਹ ਅੱਗੇ ਤਾਂ ਇਹਨਾਂ ਦੀ ਮੋਨੋਪੋਲੀ ਸੀ,
ਇਹਨਾਂ ਲੋਕਾਂ ਦੀ ਧਾਰਮਿਕਾਂ ਦੀ ਕੋਈ ਪੜਦਾ ਹੀ ਨਹੀਂ ਸੀ। ਹੁਣ ਹੋਰ ਲੱਗ ਕੇ ਖੋਜ ਕਰਨ, ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਹੀ ਇਹਨਾਂ ਕੋਲ ਹੈ ਹੀ ਸਾਰਾ ਝੂਠ। ਇਹਨਾਂ ਨੇ ਆਪੇ ਗੱਲ ਕਹਿ ਰਹੇ ਸੀ, ਸਿਮਰਤੀ ਕਹਿੰਦੀ ਹੈ ਵੀ ਜਿਹੜਾ ਅਸੱਤ ਹੈ, ਅਯੋਗ ਹੈ, ਅਚੇਤਨ ਹੈ, ਸਿਮਰਤੀ ਉਹਦੀ ਇਜਾਜ਼ਤ ਨਹੀਂ ਦਿੰਦੀ ਕਰਨ ਦੀ। ਬਿਲਕੁਲ, ਜਿਹੜਾ ਅਸੱਤ ਹੈ, ਅਯੋਗ ਹੈ, ਅਚੇਤਨ ਹੈ, ਸਿਮਰਤੀਆਂ ਦੀ ਤਾਂ ਗੱਲੇ ਨਹੀਂ ਕਰਦੇ। ਉਹ ਮਾਸ ਖਾਣ ਦੀ ਗੱਲ ਕਹਿੰਦੇ, ਸਿਮਰਤੀ ਕਹਿੰਦੀ ਇੰਦਰ ਮਾਸ ਖਾਂਦਾ ਵੀ ਗਊ ਦਾ। ਉਹ ਕਹਿੰਦੇ ਇਹਨਾਂ ਦਾ ਸਾਰਾ ਹੀ ਝੂਠ ਦਾ ਪਰਦਾ ਖੁੱਲ ਜਾਣਾ ਆਪੇ। ਜਿਹੜੇ ਰਸ ਯਾਤਰਾ ਦਾ ਪ੍ਰਚਾਰ ਕਰਦੇ ਰਹੇ ਨੇ, ਕਰੋੜਾਂ ਰੁਪਈਆ ਖਰਚ ਕਰ, ਉਹਦਾ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ ਭਗਵਾਨ ਦੇ। ਆਪੇ ਸ਼ੰਕਰਾਚਾਰੀਆ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ। ਇਹਦਾ ਮਤਲਬ ਭਗਵਾਨ ਹੁੰਦਾ, ਉਹ ਦਰਸ਼ਨ ਕਿਉਂ ਨਾ ਕਰਦਾ? ਇਹਦਾ ਮਤਲਬ ਭਗਵਾਨ ਹੈ ਨਹੀਂ। ਅਸੀਂ ਐਵੇਂ ਲੋਕਾਂ ਨੂੰ ਕਿਹਾ ਦਾ ਵੀ ਕਰੋ, ਮਗਰਲਾ ਹੈ ਤੇ ਆਪ ਕਰਦਾ ਨਹੀਂ। ਆਪ ਤੋਂ ਡਿਨਾਈ ਕਿਉਂ ਹੋਇਆ? ਅੱਜ ਤੇਰਾ ਲੋਕਾਂ ਨਾਲ ਦੋਸਾ ਹੋਊਗਾ, ਰੋਸਾ ਹੋਊਗਾ, ਭਗਵਾਨ ਨਾਲ ਕਾਹਦਾ ਰੋਸਾ? ਰਾਤ ਨਾਲ ਕਾਹਦਾ ਰੋਸਾ? ਸਭ ਝੂਠ ਆਪੇ ਹੀ ਬਾਹਰ ਆ ਗਿਆ। ਆਪਣੀ ਪੁੱਛ ਘਟ ਗਈ ਨਾ ਉਹਦੀ ਆਪਣੀ ਪੁੱਛ ਜਦ ਘਟ ਜਾਂਦੀ ਹੈ, ਜਦ ਬਾਦਲ ਤੇ ਐਕਸ਼ਨ ਆਉਂਦਾ ਅਕਾਲ ਤਖਤ ਦਾ, ਫਿਰ ਅਕਾਲ ਤਖਤ ਦਾ ਮਹਾਨ ਨਹੀਂ ਹੈਗਾ, ਫਿਰ ਬਾਦਲ ਮਹਾਨ ਹੈ। ਤੇ ਦੂਜੇ ਉਹ ਅਕਾਲ ਤਖਤ ਮਹਾਨ ਹੈ। ਉਹ ਗੱਲ ਹੈ। ਇਸ ਕਰਕੇ ਸਾਰੇ ਇਕੱਠੇ ਨੇ। ਬਾਦਲ ਉਹਨਾਂ ਨੇ ਜਾ ਰਲਦਾ, ਇੱਥੋਂ ਰਾਹ ਪਾੜਿਆ ਹੋਇਆ ਉਹਨਾਂ ਨਾਲ ਜਾ ਰਲਿਆ। ਬਾਦਲ ਉੱਥੋਂ ਪੜਿਆ ਨਾ, ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਇਹ ਧਨ ਦੀ ਬਜਾਏ ਦੂਆ ਧਨ ਕਿਉਂ ਸੰਚ ਰਿਹਾ ਬਾਦਲ? ਫਿਰ ਗੁਰਦੁਆਰੇ ਦਾ ਦੂਏ ਧਨ ਦੀ ਗੱਲ ਹੈ, ਨਾਮਦਾਦੀ ਦੀ ਗੱਲ ਹੈ ਨਹੀਂ। ਬਜਟ ਦੂਏ ਧਨ ਦਾ। ਸੰਤ ਜਨਾ ਕਾ ਨਿਰਮਲ ਮੰਤ, ਸੰਤ ਜਨਾ ਕਾ ਜਿਹੜਾ ਨਿਰਮਲ ਮੰਤ ਹੈ ਉਹ ਤਾਂ ਛੱਡ ਦਿੱਤਾ। ਗੁਰਬਾਣੀ ਨਿਰਮਲ ਮੰਤ ਤਾਂ ਤਿਆਗਿਆ ਹੋਇਆ। ਇਹ ਤਾਂ ਰੱਖਿਆ ਹੋਇਆ ਵੀ ਪੈਸੇ ਚੜ੍ਹਨ। ਇਹ ਤਾਂ ਇਹਦਾ ਪਾਠ ਵੀ ਤਾਂ ਕਰਦੇ ਨੇ ਪੈਸੇ ਚੜ੍ਹਨ। ਵਿਚਾਰ ਨਾ ਕਰੋ, ਵਿਚਾਰ ਕਰਨ ਤੇ ਬਹਿਨ ਹੈ, ਪਾਠ ਕਰਨ ਤੇ ਬਹਿਨ ਹੈ। ਪਾਠ ਹੈ ਪੈਸੇ ਚੜਾਵੇ ਵਾਸਤੇ, ਸਿਰਫ ਚੜਾਵੇ ਵਾਸਤੇ। ਜੇ ਕਿਤੇ ਦੀ ਵਿਆਖਿਆ ਹੋਣ ਲੱਗੀ ਫਿਰ ਭੱਜ ਜਾਣਗੇ ਛੱਡ ਕੇ। ਫਿਰ ਜਿਵੇਂ ਬਾਈ ਮੰਜੀਆਂ ਵਾਲੇ ਭੱਜ ਗਏ ਤੇ ਨਾ, ਬਿਸਤਰਾ ਬੋਰੀ ਵਾਲੇ ਬੈਠ ਗਏ, ਫਿਰ ਐਂ ਭੱਜ ਜਾਣਗੇ। ਹਾਂਜੀ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਏਕ ਆਸ ਰੱਖੋ ਮਨ ਮਾਹੇ, ਸਿਰਫ ਇੱਕ ਆਸ ਰੱਖੋ। ਦੋ ਆਸਾਂ ਨੇ, ਹੁਣ ਦੁਬਦਾ ਹੈ, ਦੋ ਆਸਾਂ ਨੇ। ਸੰਸਾਰ ਦੀ ਵੀ ਆਸ ਹੈ, ਨਿਰਾਕਾਰ ਦੀ ਵੀ ਆਸ ਹੈ, ਮੁਕਤੀ ਦੀ ਵੀ ਆਸ ਰੱਖਦਾ, ਸੰਸਾਰੀ ਇੱਜ਼ਤ ਦੀ ਵੀ ਆਸ ਰੱਖਦਾ। ਸੰਸਾਰੀ ਇੱਜ਼ਤ ਪਹਿਲਾਂ, ਮੁਕਤੀ ਬਾਅਦ ਚ। ਜੇ ਸੰਸਾਰੀ ਇੱਜ਼ਤ ਨਹੀਂ ਰਹੀ ਫਿਰ ਮੁਕਤੀ ਦੀ ਲੋੜ ਨਹੀਂ ਹੈ। ਮੁਕਤੀ ਮਿਲੇ ਚਾਹੇ ਨਾ ਮਿਲੇ। ਇਸ ਕਰਕੇ ਸੰਸਾਰੀ ਮਾਇਆ ਨੂੰ ਨਹੀਂ ਤਿਆਗ ਸਕਦਾ, ਸੰਸਾਰੀ ਧਨ ਦਾ ਤਿਆਗ ਨਹੀਂ ਛੱਡ ਸਕਦਾ। ਸੰਸਾਰੀ ਤਿਆਗ ਧਨ ਦੀ ਜਿਹੜੀ ਹੈ ਇੱਛਾ, ਉਹ ਤਾਂ 24 ਘੰਟੇ ਰਹਿੰਦੀ ਹੈ। ਆ ਦੋ ਇੱਛਾ ਤਾਂ ਮੈਂ 2 ਮਿੰਟ ਵਾਸਤੇ ਸਵੇਰੇ ਸ਼ਾਮ ਪੈਦਾ ਹੁੰਦੀ ਹੈ, ਉਹ ਵੀ ਕਿਸੇ ਦੇ ਹੁੰਦੀ ਹੈ, ਕਿਸੇ ਦੇ ਹੁੰਦੀ ਹੋਈ ਨਹੀਂ, ਬਹੁਤਿਆਂ ਦੇ ਹੁੰਦੀ ਹੋਈ ਨਹੀਂ। ਹਾਂਜੀ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਜਿਹੜੇ ਸਾਰੇ ਔਗਣ ਨੇ ਅੰਦਰੋਂ ਖਤਮ ਹੋ ਜਾਣਗੇ ਤੇ ਇੱਕ ਆਸ ਹੋਵੇ। ਬਾਕੀ ਤਾਂ ਔਗਣ ਮਾਇਆ ਪੈਦਾ ਕਰਦੀ ਹੈ। ਮਾਇਆ ਦੀ ਇੱਛਾ ਨਾਲ ਬਾਕੀ ਔਗਣ ਨੇ ਸਾਰੇ। ਜੇ ਇੱਕ ਆਸ ਹੋਵੇ, ਮਾਇਆ ਦੇ ਨਾਲੇ ਬੈਰ ਵਿਰੋਧ ਹੈ, ਮਾਇਆ ਦੇ ਨਾਲੇ ਕਾਮ ਕ੍ਰੋਧ ਹੈ, ਮਾਇਆ ਦੇ ਨਾਲੇ ਲੋਭ ਮੋਹ ਹੈ। ਬੈਰ ਵਿਰੋਧ, ਕਾਮ ਕ੍ਰੋਧ, ਲੋਭ ਮੋਹ। ਮਾਇਆ ਖਾਤਰੇ ਝੂਠ ਹੈ, ਝੂਠੀ ਮਾਇਆ। ਝੂਠ ਵਿਕਾਰ ਮਹਾ ਲੋਭ ਧਰੋ, ਤਿਆਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ। ਜੇ ਇਹ ਤੋਂ ਇਕਾਸ ਹੋ ਗਈ ਤਾਂ ਆਪਣਾ ਕਰਮ ਹੋ ਗਿਆ, ਇਹਦਾ ਪਰਮੇਸ਼ਰ ਦੀ ਕਿਰਪਾ ਹੋ ਗਈ ਤਾਂ ਇਧਰੋਂ ਬਚ ਗਿਆ। ਇੱਕ ਆਸ ਰੱਖੋ ਸਗਲ ਰੋਗ ਨਾਨਕ ਮਿਟ ਜਾਣੇ। ਬਸ ਫਿਰ ਉਹ ਸਾਰੇ ਮਿਟ ਜਾਣਗੇ, ਉਦੋਂ ਪਾਸਾ ਹੀ ਖਤਮ ਹੋ ਜਾਏ। ਬਹੁਰੰਗੀ ਮਾਇਆ ਦੇ ਔਗਣ ਬਹੁਤ ਨੇ, ਸਾਰੇ ਔਗਣ ਆਵਣਗੇ, ਸਾਰੇ ਔਗਣ ਆਵੜੇ। ਰਾਹ ਬਦਲਤਾ ਨਾ। ਹਾਂਜੀ।